ਲਾਸਟ ਲੈਕਚਰ 'ਚ ਅਸੀਂ ਡਿਸਕਸ ਕਰ ਰਹੇ ਸੀ ਵਾਟ ਆਰ ਦਾ ਆਬਜੈਕਟਿਵਸ ਆਫ ਕੰਸਟਰਕਟਿਵਿਸਟ ਪੈਰਾਡਿਗਮ ਆਫ ਅਸੈਸਮੈਂਟ। ਤਾਂ ਅਸੀਂ ਇਹਦੇ ਵਿੱਚ ਲਾਸਟ ਟਾਈਮ ਜਿਹੜੀ ਡਿਸਕਸ਼ਨ ਕਰ ਰਹੇ ਸੀਗੇ ਉਹ ਇਸ ਨਾਲ ਜੁੜੀ ਹੋਈ ਸੀ ਕਿ ਇੰਟਰੈਕਸ਼ਨ ਜਿਹੜੀ ਹੈ ਉਹਦਾ ਕੀ ਪਰਪਸ ਰਹਿੰਦਾ ਹੈ ਅਸੈਸਮੈਂਟ ਦੇ ਵਿੱਚ। ਅਸੀਂ ਕਿਹੜੀਆਂ ਸਕਿੱਲ ਇੰਟਰੈਕਸ਼ਨ ਦੇ ਥਰੂ ਐਵੈਲੂਏਟ ਕਰਦੇ ਹਾਂ, ਜਾਂ ਵਾਈ ਵੀ ਹੈਵ ਨੀਡ ਟੂ ਅਸੈਸ ਦਾ ਇੰਟਰੈਕਸ਼ਨ ਸਕਿੱਲ ਆਫ student। ਹੁਣ ਅਸੀਂ ਗੱਲ ਕਰਦੇ ਹਾਂ ਵਾਈ ਵੀ ਹੈਵ ਨੀਡ, what are the objective to measure the value base of the child, ਹੈ ਨਾ। ਵੈਲਿਊ ਬੇਸ ਜਿਹੜਾ ਹੈ ਉਸਨੂੰ ਅਸੀਂ ਕਿਵੇਂ ਦੇਖਦੇ ਹਾਂ। ਵੈਲਿਊਜ਼ ਕੀ ਹੁੰਦੀਆਂ ਨੇ? ਕਦੇ ਸੁਣਿਆ ਤੁਸੀਂ ਵੀ ਉਸ ਬੰਦੇ ਦੀਆਂ ਵੈਲਿਊਜ਼ ਬੜੀਆਂ ਰਿਚ ਨੇ? ਕੀ ਹੁੰਦੀਆਂ ਵੈਲਿਊ? ਯੈਸ ਸਰ, ਵੈਲਿਊ ਸਰ ਸਾਡੇ ਆਪਾਂ ਜੋ ਫੋਲੋ ਕਰਦੇ ਆ, ਮਤਲਬ ਸਾਡੀ ਮੈਨਰਸ। ਨਹੀਂ, ਮੈਨਰ ਤਾਂ ਨਹੀਂ ਹੋ ਸਕਦਾ, ਮੈਨਰ ਤਾਂ ਐਟੀਕੇਟਸ ਦਾ ਪਾਰਟ ਰਹਿੰਦੇ। ਵੈਲਿਊ ਕੁਝ ਥੋੜਾ ਉਹਦੇ ਨਾਲ ਰਿਫਾਈਨਡ ਕਨਸੈਪਟ ਹੈ। ਵੈਲਿਊਜ਼ ਕੀ ਹੁੰਦੀਆਂ ਨੇ? ਸਰ ਵੈਲਿਊਜ਼ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਸਾਡੀਆਂ ਕਦਰਾਂ ਕੀਮਤਾਂ। ਹਾਂ, ਕਦਰਾਂ, ਐਥਿਕਸ ਐਂਡ ਮੋਰਲ ਪ੍ਰਿੰਸੀਪਲਸ ਆਫ ਪਰਸਨ ਫਿਲਾਸਫੀ। ਅਸੀਂ ਇਸ ਨੂੰ ਐਵੇਂ ਹੀ ਸਮਝਾਂਗੇ ਕਿ ਕਿਸੇ ਵਿਅਕਤੀ ਦੀਆਂ ਕਦਰਾਂ ਕੀਮਤਾਂ ਕੀ ਨੇ। ਪੰਜਾਬੀ 'ਚ ਇਸ ਨੂੰ ਬੜਾ ਸਿੰਪਲ ਕਹਿੰਦੇ ਆ, ਕਦਰਾਂ ਕੀਮਤਾਂ ਕੀ ਨੇ। ਵੈਸੇ ਅਸੀਂ ਕਹਿੰਦੇ ਹਾਂ ਐਥਿਕਸ ਕੀ ਨੇ ਤੇ ਉਹਦੇ ਮੋਰਲ ਪ੍ਰਿੰਸੀਪਲਸ ਕੀ ਨੇ। ਤਾਂ ਅਸੀਂ ਇਹ ਦੇਖਦੇ ਹਾਂ ਕਿ ਵਾਈ ਵੀ ਹੈਵ ਨੀਡ ਟੂ ਵੈਲਿਊ ਮੈਜ਼ਰ ਦੀਜ਼ ਵੈਲਿਊਜ਼ ਆਫ ਸਟੂਡੈਂਟ। ਕੀ ਜ਼ਰੂਰਤ ਪੈਂਦੀ ਹੈ, ਕਿਉਂ ਸਾਨੂੰ ਇਹ ਕਰਨਾ ਹੋਏਗਾ, ਵੈਲਿਊਜ਼ ਨੂੰ ਜੱਜ ਕਰਨਾ ਹੋਏਗਾ। पर उसकी पंचुअलिटी वगैरह वो सारी वैल्यूज से पता लगती है। ਹਾਂ, ਇਹਦੇ ਦੋ ਏਮ ਰਹਿੰਦੇ ਆ। ਇੱਕ ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਹਿਊਮਨ ਬੀਇੰਗ ਹੈ ਉਸਨੂੰ ਸੋਸ਼ਲ ਬਣਾਉਣਾ ਹੈ, ਸੋਸ਼ਲ ਬਣਾਉਣਾ ਹੈ। ਦੂਸਰਾ ਉਸਨੂੰ ਜਿਹੜਾ ਹੈ ਡਿਸਿਪਲਿਨਡ ਜਿਹੜਾ ਹੈ ਪਰਸਨ ਬਣਾਉਣਾ ਹੈ, ਜਿਹੜਾ ਕੁਝ ਪ੍ਰਿੰਸੀਪਲਸ ਨੂੰ ਫੋਲੋ ਕਰੇ। ਜਦੋਂ ਅਸੀਂ ਕਹਿੰਦੇ ਸੋਸ਼ਲ ਬਣਾਉਣਾ ਤਾਂ ਇਹਦਾ ਮਤਲਬ ਹੈ ਅਸੀਂ ਉਸ ਨੂੰ ਇਮਾਨਦਾਰ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਸਮਾਜ 'ਚ ਇਮਾਨਦਾਰ ਜਿਹੜੇ ਲੋਕਾਂ ਦੀ ਗਿਣਤੀ ਹੋਵੇ। ਜਿਵੇਂ ਅੱਜ ਕੱਲ੍ਹ ਕਰਪਸ਼ਨ ਸਾਨੂੰ ਬਹੁਤ ਤੰਗ ਕਰ ਰਹੀ ਹੈ ਭਾਰਤ 'ਚ, ਉਹਦਾ ਕਾਰਨ ਹੈ ਕਿ ਅਸੀਂ ਲੋਕਾਂ 'ਚ ਵੈਲਿਊ ਉਸ ਤਰ੍ਹਾਂ ਨਾਲ ਜਿਹੜੀ ਇਨਕਲਕੇਟ ਨਹੀਂ ਕਰ ਪਾਏ ਆਪਣੇ ਸਟੂਡੈਂਟਸ ਦੇ ਵਿੱਚ ਜਾਂ ਆਉਣ ਵਾਲੀਆਂ ਜਨਰੇਸ਼ਨ ਦੇ ਵਿੱਚ, ਜਾਂ ਪਿਛਲੀਆਂ ਜਨਰੇਸ਼ਨ 'ਚ ਨਹੀਂ ਕੀਤੀਆਂ। ਉਹ ਜਦੋਂ ਆਫਿਸਰਸ ਬਣੇ ਉਸ ਤੋਂ ਬਾਅਦ ਉਹ ਕਰਪਟ ਹੋ ਗਏ। ਤਾਂ ਅਸੀਂ ਵੈਲਿਊ ਨੂੰ ਇਸੇ ਕਾਰਨ ਜਿਹੜਾ ਹੈ ਚੈੱਕ ਕਰਦੇ ਹਾਂ। ਦੂਸਰੀ ਗੱਲ ਹੁੰਦੀ ਹੈ ਕਿ ਪ੍ਰੋਡਕਟ ਦੀ ਕੋਈ ਬਹੁਤ ਇੰਪੋਰਟੈਂਸ ਹੀ ਨਹੀਂ ਹੈ ਇਹਦੇ ਵਿੱਚ। ਜਿਹੜਾ ਸਾਡਾ ਕੰਸਟਰਕਟਿਵਿਸਟ ਸਟਾਈਲ ਹੈ ਉਹ ਕੀ ਕਰਦਾ ਹੈ, ਪ੍ਰੋਡਕਟ ਦੀ ਥਾਂ 'ਤੇ ਪ੍ਰੋਸੈਸ ਨੂੰ ਜਿਹੜਾ ਜ਼ਿਆਦਾ ਇੰਪੋਰਟੈਂਟ ਦਿੰਦਾ ਹੈ। ਤਾਂ ਅਸੀਂ ਕਹਿੰਦੇ ਹਾਂ ਵੈਲਿਊਇੰਗ ਦਾ ਮਤਲਬ ਹੈ ਦ ਐਬਿਲਿਟੀ ਟੂ ਵੈਲਿਊ ਦ ਪੀਪਲ, ਈਵੈਂਟਸ, ਆਰਟੀਫੈਕਟਸ ਅਰਾਊਂਡ ਅਸ। ਅਸੀਂ ਲੋਕਾਂ ਨੂੰ ਕਿਵੇਂ ਕੋਈ ਦੇਖਦਾ ਹੈ, ਠੀਕ ਹੈ। ਵੈਲਿਊ ਜਿਹੜੀ ਹੈ ਪਰਸਨ ਦੀ ਇੰਟਰਨਲ ਹੀ ਨਹੀਂ ਹੁੰਦੀ, ਉਹ ਆਊਟਵਰਡ ਵੀ ਹੁੰਦੀ ਹੈ, ਅਬਾਊਟ ਜਿਹੜਾ ਹੈ ਸੋਸਾਇਟੀ, ਅਬਾਊਟ ਅਦਰ ਪਰਸਨ। ਜਿਵੇਂ ਕੋਈ ਇਮਾਨਦਾਰ ਵਿਅਕਤੀ ਹੈ ਉਹਨੂੰ ਸਾਰੇ ਇਮਾਨਦਾਰ ਲੱਗਦੇ ਹੈ, ਕੋਈ ਥੋੜ੍ਹਾ ਕਰਪਟ ਹੈ ਉਹਨੂੰ ਸਾਰੇ ਲੋਕਾਂ 'ਚ ਕਰਪਸ਼ਨ ਦਿਖਦੀ ਹੈ, ਕੋਈ ਬੜਾ ਕਨਿੰਗ ਹੈ ਉਹਨੂੰ ਸਾਰਾ ਸਮਾਜ ਹੀ ਕਨਿੰਗ ਲੱਗਦਾ ਹੈ, ਕੋਈ ਪਰਸਨ ਹੈ ਬੜਾ ਮਤਲਬ ਰਿਚ ਵੈਲਿਊ ਨਾਲ ਹੈ ਉਹਨੂੰ ਲੱਗਦਾ ਹੈ ਕਿ ਐਵਰੀਥਿੰਗ ਇਜ਼ ਵੈਲ ਐਂਡ ਗੁੱਡ ਇਨ ਸੋਸਾਇਟੀ। ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਕਿਵੇਂ ਦੇਖਦੇ ਹਾਂ, ਉਹ ਵੈਲਿਊ ਬੇਸ ਦੇ ਅਕੋਰਡਿੰਗ ਹੈ। ਅਸੀਂ ਜੇਕਰ ਵੈਲਿਊ ਸਾਡੀਆਂ ਰਿਚ ਨੇ, ਉਹਦੇ ਦੋ ਤਿੰਨ ਬੈਨੀਫਿਟ ਜਿਹੜੇ ਹੈਗੇ ਆ ਅਸੀਂ ਇਹ ਦੇਖ ਸਕਦੇ ਹਾਂ ਕਿ ਸਮਾਜ ਦੇ ਵਿੱਚ ਸਿਰਫ ਇਮਾਨਦਾਰ ਲੋਕ ਹੀ ਨਹੀਂ ਪੈਦਾ ਕਰਨੇ, ਲੋਕਾਂ ਨੂੰ ਪੀਸ ਲਵਰ ਵੀ ਬਣਾਉਣਾ, ਲੋਕਾਂ ਨੂੰ ਲਾ ਅਬਾਈਡਿੰਗ ਵੀ ਬਣਾਉਣਾ, ਲੋਕਾਂ ਨੂੰ ਕੋਆਪਰੇਟਿਵ ਵੀ ਬਣਾਉਣਾ, ਲੋਕਾਂ ਨੂੰ ਕੋਲੈਬੋਰੇਟਿਵ ਵੀ ਬਣਾਉਣਾ, ਲੋਕਾਂ ਨੂੰ ਅਡੈਪਟਿਵ ਵੀ ਬਣਾਉਣਾ। ਤਾਂ ਅਸੀਂ ਸਮਾਜ ਨੂੰ ਜਦੋਂ ਕਹਿੰਦੇ ਹਾਂ ਕਿ ਇੱਕ ਹੈਲਦੀ ਸੁਸਾਇਟੀ ਬਿਲਡ ਕਰਨੀ ਹੈ ਤਾਂ ਉਹਦੇ ਵਿੱਚ ਲੋਕਾਂ ਸਹਿਣਸ਼ੀਲ ਹੋਣਾ ਜ਼ਰੂਰੀ ਹੈ ਤਾਂ ਕਿ ਵਾਇਲੈਂਸ ਨਾ ਹੋਵੇ, ਤਾਂ ਕਿ ਕ੍ਰਿਮੀਨਲ ਨਾ ਹੋ ਜਾਣ ਲੋਕ। ਜਿਹੜਾ ਹੈ ਕ੍ਰੀਏਟ ਕਰਨਾ ਉਹ ਬੰਦੇ ਦੇ ਵਿੱਚ ਅਸੀਂ ਲੈ ਕੇ ਆਉਣਾ ਹੁੰਦਾ। ਦੂਸਰੀ ਗੱਲ ਹੁੰਦੀ ਹੈ ਕਿ ਵੀ ਸ਼ੁੱਡ ਡਿਵੈਲਪ ਦੈਟ ਟੋਲਰੈਂਸ ਦੈਟ ਦੇ ਸ਼ੁੱਡ ਰਿਸਪੈਕਟ ਦਾ ਡਿਫਰੈਂਸ ਆਫ ਓਪੀਨੀਅਨ। ਤੁਹਾਡੇ ਤੋਂ ਕੋਈ ਵੱਖਰਾ ਸੋਚਦਾ ਹੈ, ਜਿਵੇਂ ਅੱਜ ਕੱਲ੍ਹ ਇੱਕ ਟਰੈਂਡ ਚੱਲ ਰਿਹਾ ਕਿ ਜੋ ਮੋਦੀ ਦਾ ਕ੍ਰਿਟਿਸਿਜ਼ਮ ਕਰਦਾ ਹੈ ਦੇ ਆਰ ਐਂਟੀ ਨੈਸ਼ਨਲ, ਹੈ ਨਾ, ਐਂਟੀ ਨੈਸ਼ਨਲ ਨੇ ਉਹ। ਇਸ ਤਰ੍ਹਾਂ ਹੁੰਦਾ ਨਹੀਂ ਹੈ ਕਿ ਐਂਟੀ ਨੈਸ਼ਨਲ ਨੇ। ਅਸੀਂ ਡਿਫਰੈਂਸ ਆਫ ਓਪੀਨੀਅਨ ਨੂੰ ਥੋੜ੍ਹੀ ਵੇਟੇਜ ਦੇਣੀ ਹੋਏਗੀ, ਸਾਨੂੰ ਇਹ ਸਿੱਖਣਾ ਪਏਗਾ। ਔਰ ਇਸ ਦੇ ਲਈ ਸਾਨੂੰ ਕੀ ਕਰਨਾ ਹੈ, ਅਸੀਂ ਇਸ ਦੇ ਲਈ ਇੱਕ ਤਰ੍ਹਾਂ ਨਾਲ ਜਿਹੜੇ ਲੋਕਾਂ ਦੇ ਵਿੱਚ ਉਹ ਵੈਲਿਊਜ਼ ਜਿਹੜੀਆਂ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਰੈਸ਼ਨਲ ਵੈਲਿਊ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬੈਲੈਂਸ ਅਪਰੋਚ, ਉਹ ਡਿਵੈਲਪ ਕਰਨੀ ਹੈ। ਤਾਂ ਇਸ ਲਈ ਸਾਨੂੰ
ਕੰਸਟਰਕਟਿਵਿਜ਼ਮ ਇਹ ਕਹਿੰਦਾ ਹੈ ਕਿ ਲੋਕਾਂ ਦੇ ਵੈਲਿਊ ਬੇਸ ਨੂੰ ਵੀ ਜੱਜ ਕਰਨਾ ਜ਼ਰੂਰੀ ਹੋਏਗਾ ਜਦੋਂ ਅਸੀਂ ਉਹਨਾਂ ਬਾਰੇ ਕੁਝ ਓਪੀਨੀਅਨ ਆਪਣਾ ਬਣਾਈਏ, ਔਰ ਉਹ ਓਪੀਨੀਅਨ ਜਿਹੜੇ ਨੇ ਉਹ ਐਥਿਕਸ ਤੇ, ਉਹ ਡਾਇਵਰਸਿਟੀ ਤੇ, ਜਾਂ ਉਹ ਤੁਹਾਡੀ ਐਥੈਂਟਿਸਿਟੀ ਜਿਹੜੀ ਐਥਨਿਕ ਆਇਡੈਂਟੀਟੀ ਹੈ ਉਹਦੇ ਉੱਪਰ ਬੇਸਡ ਹੁੰਦੇ ਆਮ ਤੌਰ 'ਤੇ। ਮਤਲਬ ਮੈਂ ਸਿੱਖ ਹਾਂ ਤਾਂ ਮੈਂ ਸਿੱਖ ਫੇਥ 'ਚ ਬਿਲੀਵ ਕਰਦਾ ਹਾਂ, ਤਾਂ ਮੈਂ ਸਾਰਿਆਂ ਬਾਕੀਆਂ ਨੂੰ ਕੰਡੈਮ ਕਰਾਂ, ਜਾਂ ਜੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਸਿੱਖ ਨੇ ਉਹਨਾਂ ਨੂੰ ਟਰੂ ਸਿੱਖ ਹੋਣਾ ਸਿਖਾਈਏ ਤਾਂ ਟਰੂ ਸਿੱਖਿਜ਼ਮ ਕੀ ਕਹਿੰਦਾ ਹੈ ਕਿ ਏਕਸ ਕੇ ਹਮ ਬਾਰਕ, ਤਾਂ ਉਹ ਅਸੀਂ ਫੇਥ ਜਿਹੜਾ ਹੈ ਡਿਵੈਲਪ ਕਰਨਾ ਹੈ। ਤਾਂ ਅਸੀਂ ਇਹਦੇ ਵਿੱਚ ਇੱਕ ਗੱਲ ਜਿਹੜੀ ਹੈ ਅਸੀਂ ਸਿਖਾਉਣੀ ਹੈ ਉਹ ਹੈ ਕਿ ਪਹਿਲਾਂ ਵੈਲਿਊ ਕਰਨਾ ਸਿਖਾਉਣਾ ਹੈ ਜਿਹੜੇ ਅਲੱਗ-ਅਲੱਗ ਆਇਡੈਂਟੀਟੀਜ਼ ਦੇ ਨਾਲ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਜਿਵੇਂ ਤੁਸੀਂ ਲਾਸਟ ਸਮੈਸਟਰ 'ਚ ਕੀਤਾ ਸੀਗਾ ਕਿ ਜਿਹੜੀਆਂ ਸਾਡੀਆਂ ਕਾਸਟ, ਕਲਰ, ਕ੍ਰੀਡ ਜਾਂ ਜਿਹੜਾ ਹੈ ਰਿਲੀਜਨ ਜਾਂ ਐਥਿਕ ਜਾਂ ਐਥਨਿਕ ਆਇਡੈਂਟੀਟੀਜ਼ ਨੇ, ਉਹਨਾਂ ਦੇ ਬੇਸਿਸ ਦੇ ਉੱਪਰ ਜਿਹੜੀਆਂ ਡਿਵੀਜ਼ਨਸ ਨੇ ਅਸੀਂ ਉਹਨਾਂ ਸਾਰੀਆਂ ਨੂੰ ਵੈਲਿਊ ਕਰਨਾ ਸਿਖਾਉਣਾ ਹੈ। ਅਗਲੀ ਗੱਲ ਇਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਤੁਸੀਂ ਰਾਈਟ ਔਰ ਰੋਂਗ ਦੀ ਗੱਲ ਕਰਦੇ ਹੋ ਵੀ ਕੀ ਠੀਕ ਹੈ ਕੀ ਗਲਤ ਹੈ, ਔਰ ਉਸ ਦੀ ਅਬਿਲਿਟੀ ਬੱਚੇ 'ਚ ਆ ਜਾਵੇ, ਹੈ ਨਾ, ਕਿ ਕੋਈ ਪਰਸਨ ਸਿਰਫ ਟਾਰਗੇਟ ਅਚੀਵ ਕਰਨ ਵੱਲ ਨਹੀਂ, ਟਾਰਗੇਟ ਦਾ ਪਾਥ ਠੀਕ ਹੈ ਜਾਂ ਗਲਤ ਹੈ ਉਹਦੇ 'ਤੇ ਵੀ ਜਿਹੜਾ ਹੈ ਉਹਦੀ ਅਬਿਲਿਟੀ ਉਹਦੇ 'ਚ ਡਿਵੈਲਪ ਕਰਨੀ, ਅਸੀਂ ਉਹ ਚੈੱਕ ਕਰਨਾ ਕਿ ਉਹਦੇ 'ਚ ਅਬਿਲਿਟੀ ਉਹ ਆ ਗਈ ਹੈ ਕਿ ਨਹੀਂ। ਤਾਂ ਇਹ ਵੀ ਕੰਸਟਰਕਟਿਵਿਜ਼ਮ ਦਾ ਇੱਕ ਆਬਜੈਕਟਿਵ ਹੈ ਕਿ ਬੱਚੇ ਦੇ ਵਿੱਚ ਉਹ ਜਿਹੜੀ ਹੈ ਰਾਈਟ ਥਾਟ ਪ੍ਰੋਸੈਸ ਡਿਵੈਲਪ ਕਰਨਾ, ਜਾਂ ਜਿਹਨੂੰ ਅਸੀਂ ਕਹਿੰਦੇ ਪੋਜ਼ਿਟਿਵ ਐਟੀਟਿਊਡ ਜਾਂ ਪੋਜ਼ਿਟਿਵ ਓਪੀਨੀਅਨ ਬਿਲਡ ਕਰਨਾ ਨੇ। ਜਿਹੜੇ ਰਾਈਟ ਔਰ ਰੋਂਗ ਨੇ ਉਹਨਾਂ ਦੋਨੋਂ ਸਾਈਡ ਨੂੰ ਸਮਝਦਾ ਕਿ ਨਹੀਂ ਸਮਝਦਾ, ਔਰ ਜੇ ਉਹ ਠੀਕ ਪਾਥ ਚੁਣੇਗਾ ਕਿ ਉਹਨੂੰ ਪਤਾ ਉਹਦੇ ਕੰਸੀਕੁਐਂਸਿਸ ਕੀ ਹੋਣਗੇ, ਜਾਂ ਜੇ ਉਹ ਰੋਂਗ ਪਾਥ ਅਡੋਪਟ ਕਰ ਲੇਗਾ ਉਹਦੇ ਕੰਸੀਕੁਐਂਸਿਸ ਕੀ ਹੋਣਗੇ। ਤਾਂ ਅਸੀਂ ਇਹ ਅਬਿਲਿਟੀ ਜਿਹੜੀ ਹੈ ਉਹਦੇ 'ਚ ਡਿਵੈਲਪ ਕਰਨੀ ਹੈ। ਅਗਲਾ ਹੈ ਡਾਇਵਰਸਿਟੀ। ਡਾਇਵਰਸਿਟੀ ਨੂੰ ਅਸੀਂ ਪਹਿਲਾਂ ਹੀ ਕਿਹਾ ਹੈ ਕਿ ਮਲਟੀਪਲ ਪਰਸਪੈਕਟਿਵਸ ਨੇ, ਡਿਫਰੈਂਟ ਜਿਹੜਾ ਹੈ ਢੰਗ ਨਾਲ ਲੋਕਾਂ ਦੀ ਆਇਡੈਂਟੀਟੀ ਹੈ, ਕੁਝ ਐਥਨਿਕ ਹੈ, ਕੁਝ ਕਲਰ ਕਾਸਟ, ਕਲਰ ਕ੍ਰੀਡ, ਕਲਚਰ ਦੀ ਹੈ। ਤਾਂ ਅਸੀਂ ਉਸ ਦੇ ਅਕੋਰਡਿੰਗ ਮਲਟੀਪਲ ਵਿਊ ਪੁਆਇੰਟ ਹੋਣਗੇ ਲੋਕਾਂ ਦੇ, ਕਿਉਂਕਿ ਉਹਨਾਂ ਦੇ ਫੇਥ ਵੇਰੀ ਕਰਦੇ ਆ, ਉਹਨਾਂ ਦੇ ਫੇਥ ਡਿਫਰ ਕਰਦੇ ਆ, ਇਹ ਡਿਫਰ ਕਰਨਗੇ। ਉਹ ਕਿਉਂ ਵਿਊ ਪੁਆਇੰਟ ਹੈ, ਕੋਈ ਪਰਸਨ ਕਿਉਂ ਇਸ ਤਰ੍ਹਾਂ ਬਿਹੇਵ ਕਰਦਾ ਹੈ, ਸਾਨੂੰ ਉਹ ਜਿਹੜੀ ਡਾਇਵਰਸਿਟੀ ਹੈ, ਡਾਇਵਰਸਿਟੀ ਆਫ ਥਾਟ ਹੈ, ਉਸ ਨੂੰ ਸਾਨੂੰ ਸਮਝਣਾ ਹੋਏਗਾ। ਅਗਲੀ ਗੱਲ ਹੈ ਕਿ ਆਰਟਿਸਟਿਕ ਐਕਸਪ੍ਰੈਸ਼ਨ ਜਿਹੜਾ ਹੈ ਉਸ ਨੂੰ ਰੈਕੋਗਨਾਈਜ਼ ਕਰਨਾ, that the different people and culture represent themselves through many different media। ਅਸੀਂ ਕਹਿੰਦੇ ਹਾਂ ਕਿ ਸਾਡੀ ਕਲਚਰਲ ਡਾਇਵਰਸਿਟੀ ਬਹੁਤ ਜ਼ਿਆਦਾ ਹੈ ਨਾ, ਯੂਨਿਟੀ ਇਨ ਡਾਇਵਰਸਿਟੀ ਇਜ਼ ਅ ਆਇਡੈਂਟੀਟੀ ਆਫ ਇੰਡੀਆ। ਤਾਂ ਅਸੀਂ ਦੇਖਦੇ ਹਾਂ ਕਿ ਅਲੱਗ-ਅਲੱਗ ਕਲਚਰ ਨੇ, ਅਲੱਗ ਕਲਚਰ ਆਪਣੀ ਰਿਪਰੈਜ਼ੈਂਟੇਸ਼ਨ ਅਲੱਗ ਢੰਗ ਨਾਲ ਦਿੰਦਾ ਹੈ, ਹਰ ਕਲਚਰ ਦਾ ਆਪਣਾ ਇੱਕ ਵੇ ਆਫ ਐਕਸਪ੍ਰੈਸ਼ਨ ਹੈ। ਤਾਂ ਅਸੀਂ ਉਸ ਨੂੰ ਆਰਟਿਸਟਿਕ ਵੇ ਨਾਲ, ਜਿਹਦੇ ਨਾਲ ਕਿ ਦੂਸਰਿਆਂ ਦੀਆਂ ਫੀਲਿੰਗ ਜਿਹੜੀਆਂ ਨੇ ਉਹ ਹਾਰਮ ਨਾ ਹੋਣ, ਅਸੀਂ ਕੀ ਉਹ ਅਬਿਲਿਟੀ ਬੱਚੇ 'ਚ ਡਿਵੈਲਪ ਕਰ ਪਾ ਰਹੇ ਹਾਂ, ਕੀ ਅਸੀਂ ਉਸ ਨੂੰ ਚੈੱਕ ਕਰ ਪਾ ਰਹੇ ਹਾਂ। ਤਾਂ ਇਸ ਤਰ੍ਹਾਂ ਦੀ ਵੀ ਇੱਕ ਜਿਹੜੀ ਹੈ ਅਪਰੋਚ ਹੈ ਜਿਸ ਨੂੰ ਉਹ ਕਹਿੰਦੇ ਵੈਲਿਊ ਜਿਹੜੀਆਂ ਨੇ ਉਹ ਬੱਚੇ ਦੀਆਂ ਕੰਸਟਰਕਟਿਵਿਜ਼ਮ ਵੈਲਿਊ ਵੀ ਅਸੈਸ ਕਰਦਾ ਹੈ। ਕਿ ਜਾਂ ਅਸੀਂ ਇਸ ਨੂੰ ਬੜੀ ਸਿੰਪਲ ਜੀ ਭਾਸ਼ਾ ਸਿੱਖਣਾ ਹੋਵੇ ਕਿ ਇਹ ਕਹਿੰਦਾ ਕਿ ਅਸੀਂ ਮਸ਼ੀਨਸ ਨਹੀਂ ਤਿਆਰ ਕਰਨੀਆਂ, ਅਸੀਂ ਹਿਊਮਨ ਬੀਇੰਗ ਤਿਆਰ ਕਰਨਾ ਹੈ। ਇੱਕ ਪਰਸਪੈਕਟਿਵ ਆਇਆ ਜਦੋਂ 1990 ਦੇ ਵਿੱਚ ਅਸੀਂ ਪਾਲਿਸੀ ਚੇਂਜ ਲੈ ਕੇ ਆਉਂਦੇ ਹਾਂ, ਤਾਂ ਸਾਨੂੰ ਲੱਗਦਾ ਕਿ ਨਹੀਂ, ਸਾਨੂੰ ਇਨਸਾਨਾਂ ਦੀ ਜ਼ਰੂਰਤ ਨਹੀਂ, ਸਾਨੂੰ ਸਿਰਫ ਇੰਜੀਨੀਅਰ ਚਾਹੀਦੇ ਨੇ ਜਿਹੜੇ ਮਸ਼ੀਨਾਂ ਵਰਗੇ ਹੋਣ, ਜਿਹੜੇ ਜ਼ਿਆਦਾ ਪ੍ਰੋਡਕਸ਼ਨ ਕਰਕੇ ਦੇਣ। ਸਾਨੂੰ ਮੈਨੇਜਰ ਚਾਹੀਦੇ ਨੇ ਜਿਹੜੇ ਜ਼ਿਆਦਾ ਸੇਲ ਪੋਸੀਬਲ ਕਰਕੇ ਦੇਣ। ਸਾਨੂੰ ਇਸ ਤਰ੍ਹਾਂ ਦੇ ਸੇਲਜ਼ਮੈਨ ਚਾਹੀਦੇ ਆ ਜਿਹੜੇ ਪ੍ਰੋਡਕਟ ਸੇਲ ਕਰ ਸਕਣ। ਸਾਨੂੰ ਹਿਊਮਨ ਨਹੀਂ ਚਾਹੀਦਾ। ਉਹ ਕਹਿੰਦੇ ਹੁੱਕ ਐਂਡ ਕਰੁੱਕ ਬਾਈ ਐਨੀ ਵੇ ਵੀ ਹੈਵ ਟੂ ਅਚੀਵ ਦਾ ਟਾਰਗੇਟ। ਤਾਂ ਅਸੀਂ ਇੱਕ ਟਾਰਗੇਟ ਬੇਸਡ ਪ੍ਰੋਫੈਸ਼ਨ ਲੈ ਕੇ ਆਉਂਦੇ ਹਾਂ। ਫਿਰ ਥੋੜ੍ਹੇ ਟਾਈਮ ਬਾਅਦ ਸਾਨੂੰ ਸਮਝ ਆਉਂਦਾ ਹੈ, ਜਿਵੇਂ ਅੱਜ ਕੱਲ੍ਹ ਅਸੀਂ ਫੇਸ ਕਰ ਰਹੇ ਹਾਂ ਕਿ ਸਾਰੇ ਜਗ੍ਹਾ ਪੀਕ ਕਰਪਸ਼ਨ ਹੋ ਜਾਂਦੀ ਹੈ ਔਰ ਸਾਡੀਆਂ ਵੈਲਿਊ ਡਿਲਿਊਟ ਹੋ ਜਾਂਦੀਆਂ ਨੇ। ਹੁਣ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਹੈ, ਹੁਣ ਰਿਲੇਸ਼ਨਸ ਦੀ ਕੋਈ ਵੈਲਿਊ ਨਹੀਂ ਹੈ, ਹੁਣ ਠੀਕ ਔਰ ਗਲਤ ਦੀ ਕੋਈ ਵੈਲਿਊ ਨਹੀਂ ਹੈ। ਐਵਰੀਬਡੀ ਇਜ਼ ਇਨ ਰੇਸ ਟੂ ਅਚੀਵ ਹਿਜ਼ ਔਰ ਹਰ ਟਾਰਗੇਟ। ਉਹਨੂੰ ਆਪਣਾ ਟਾਰਗੇਟ ਅਚੀਵ ਕਰਨਾ ਹੈ ਬਾਏ ਹੁੱਕ ਐਂਡ ਕਰੁੱਕ। ਤਾਂ ਫਿਰ ਸਾਨੂੰ ਸਮਝ ਆਇਆ ਨਹੀਂ, ਅਸੀਂ ਕੁਝ ਮਿਸ ਕਰ ਗਏ, ਅਸੀਂ ਇਨਸਾਨ ਨਹੀਂ ਬਣਾਏ, ਅਸੀਂ ਮਸ਼ੀਨਾਂ ਬਣਾ ਦਿੱਤੀਆਂ। ਔਰ ਮਸ਼ੀਨਾਂ ਜਿਵੇਂ ਪ੍ਰੋਗਰਾਮ ਕਰ ਦਿੱਤੀਆਂ ਜਾਂਦੀਆਂ ਉਸ ਤਰ੍ਹਾਂ ਨਾਲ ਹੀ ਐਕਟ ਕਰਦੀਆਂ ਨੇ। ਉਹਨਾਂ ਲਈ ਐਥਿਕਸ ਕੁਛ ਨਹੀਂ ਹੈ, ਉਹਨਾਂ ਲਈ ਸੋਸ਼ਲ ਵੈਲਫੇਅਰ ਕੁਛ ਨਹੀਂ ਹੈ, ਉਹਨਾਂ ਲਈ ਜਿਹੜਾ ਹੈ ਈਵਨ ਕਿ ਜਿਹੜਾ ਗਲੋਬਲ ਵਾਰਮਿੰਗ ਦਾ ਇਸ਼ੂ ਆ ਰਿਹਾ ਹੈਗਾ, ਜਿਵੇਂ ਕੈਨੇਡਾ 'ਚ ਅੱਜ
ਕੱਲ 50 ਡਿਗਰੀ ਟੈਂਪਰੇਚਰ ਹੋ ਗਿਆ, ਉਹਦਾ ਕਾਰਨ ਕੀ ਦੱਸਿਆ ਜਾ ਰਿਹਾ? ਉਹਦਾ ਕਾਰਨ ਹੈ ਕਿ ਅਸੀਂ ਫੋਰੈਸਟ ਜਿਹੜਾ ਹੈ ਡੀਫੋਰੈਸਟੇਸ਼ਨ ਇੰਨੀ ਕਰ ਦਿੱਤੀ ਹੈ, ਸਪੀਡੀ ਵੇ ਨਾਲ ਕਰ ਦਿੱਤੀ ਹੈ, ਔਰ ਅਸੀਂ ਕਾਰਬਨ ਔਰ CFC ਇੰਨਾ ਜ਼ਿਆਦਾ ਰਿਲੀਜ਼ ਕਰ ਰਹੇ ਹਾਂ ਕਿ ਅਸੀਂ ਕੇਅਰ ਹੀ ਨਹੀਂ ਕਰ ਰਹੇ ਕਿ ਅਸੀਂ ਆਪ ਵੀ ਬਚਾਂਗੇ ਕਿ ਨਹੀਂ, ਆਉਣ ਵਾਲੀਆਂ ਜਨਰੇਸ਼ਨ ਤਾਂ ਨਹੀਂ ਬਚਣਗੀਆਂ, ਕਿ ਅਸੀਂ ਆਪ ਵੀ ਆਪਣੇ ਲਈ ਸਰਵਾਈਵਲ ਨੂੰ ਦੇਖ ਰਹੇ ਹਾਂ ਕਿ ਨਹੀਂ ਦੇਖ ਰਹੇ ਹਾਂ। ਔਰ ਅਸੀਂ ਸਿਰਫ ਪ੍ਰੋਫਿਟ ਮੇਕਿੰਗ ਵੱਲ ਤੁਰ ਪਏ, ਅਸੀਂ ਬਾਕੀ ਸਾਰਾ ਕੁਝ ਇਗਨੋਰ ਕਰ ਦਿੱਤਾ ਤੇ ਉਹਦੇ ਰਿਜ਼ਲਟ ਸਾਡੇ ਕੋਲ ਨੇ। ਤਾਂ ਫਿਰ ਹੁਣ ਕਹਿਣਾ ਸ਼ੁਰੂ ਕੀਤਾ ਗਿਆ ਨਹੀਂ, ਸਾਨੂੰ ਹਿਊਮਨ ਬੀਇੰਗ ਵੀ ਬਣਾਉਣਾ ਹੈ। ਤਾਂ ਸਾਨੂੰ ਹਿਊਮਨ ਬੀਇੰਗ ਕਿਵੇਂ ਬਣੇਗਾ? ਜੇ ਉਹਦੇ 'ਚ ਵੈਲਿਊ ਇਨਕਲਕੇਟ ਕਰਾਂਗੇ ਤਾਂ ਸਾਨੂੰ ਵੈਲਿਊ ਵੀ ਚੈੱਕ ਕਰਨੀ ਹੈ। ਇਹਦਾ ਮਤਲਬ ਵੈਲਿਊ ਨੂੰ ਇੰਪੋਰਟੈਂਸ ਦੇਣੀ ਪਏਗੀ ਅਸੈਸਮੈਂਟ 'ਚ। ਕੰਸਟਰਕਟਿਵਿਜ਼ਮ ਇਹ ਕਹਿੰਦਾ ਹੈ ਕਿ ਤੁਸੀਂ ਸਿਰਫ ਅਕੈਡਮਿਕ ਚੈੱਕ ਕਰਕੇ ਜਾਂ ਉਹਦੀ ਸਕਿੱਲ ਚੈੱਕ ਕਰਕੇ ਹੀ ਤੁਸੀਂ ਇਨਸਾਨ ਨੂੰ ਸਹੀ ਢੰਗ ਨਾਲ ਵੈਲਿਊ ਨਹੀਂ ਕਰ ਪਾਵਾਂਗੇ, ਐਵੈਲੂਏਟ ਨਹੀਂ ਕਰ ਪਾਓਗੇ। ਤੁਹਾਨੂੰ ਉਹਦਾ ਵੈਲਿਊ ਬੇਸ ਵੀ ਚੈੱਕ ਕਰਨਾ ਪਏਗਾ ਕਿ ਉਹ 'ਚ ਹਿਊਮਨ ਬੈਂਟ ਕਿੰਨਾ ਹੈ। ਤਾਂ ਇਹ ਗੱਲ ਸਮਝ ਆਈ ਕਿ ਨਹੀਂ ਆਈ? ਆ ਗਿਆ ਸਮਝ। ਕੀ ਸਮਝ ਆਇਆ? ਕੌਣ ਸਮਝਾਏਗਾ? ਇਹ ਤਾਂ ਪੈਟ ਡਾਇਲੌਗ ਹੈ ਬੱਚਿਆਂ ਦਾ ਕਿ ਮੈਨੂੰ ਸਮਝ ਆ ਗਿਆ। ਹਾਂਜੀ ਬੋਲੋ। ਹਾਂਜੀ ਸਰ, ਸਾਨੂੰ ਇਹ ਪਤਾ ਲੱਗਿਆ ਕਿ ਜ਼ਰੂਰੀ ਨਹੀਂ ਕਿ ਅਸੀਂ ਬੱਚੇ ਨੂੰ ਅਸੈਸ ਉਹਦੇ ਅਕੈਡਮਿਕਸ ਦੇ ਰਿਜ਼ਲਟ ਤੋਂ ਕਰੀਏ, ਬਟ ਅਸੀਂ ਉਹਦੀ ਵੈਲਿਊ ਸਿਸਟਮ ਵੀ ਦੇਖਣਾ ਹੈ। ਕਿੰਨਾ ਬੱਚਾ ਟੀਚਰਸ ਦੀ ਜਾਂ ਆਪਣੇ ਪੀਅਰ ਗਰੁੱਪਸ ਵਗੈਰਾ ਨਾਲ ਕਿੱਦਾਂ ਉਹਨਾਂ ਦੀ ਰਿਸਪੈਕਟ ਕਰ ਰਿਹਾ, ਕਿੱਦਾਂ ਉਹਦਾ ਵੈਲਿਊ ਸਿਸਟਮ ਕੀ ਹੈ, ਕਿ ਉਹ ਸਹੀ ਔਰ ਗਲਤ ਦੀ ਪਹਿਚਾਣ ਕਰਦਾ ਹੈ ਜਾਂ ਨਹੀਂ ਕਰਦਾ। ਇਹਦੇ ਬੇਸਿਸ ਤੇ ਵੀ ਅਸੀਂ ਬੱਚੇ ਨੂੰ ਅਸੈਸ ਕਰਨਾ ਹੈ। ਬਿਲਕੁਲ, ਅਸੀਂ ਉਸ ਦਾ ਵੈਲਿਊ ਬੇਸ ਜਿਸ ਨੂੰ ਅਸੀਂ ਰਾਈਟ ਔਰ ਰੋਂਗ ਦੀ ਗੱਲ ਕਰਦੇ ਹਾਂ, ਇੱਕ ਤਾਂ ਇਹ ਕਿ ਉਹਦੇ ਵਿੱਚ ਹੈ ਕਿ ਨਹੀਂ ਹੈ, that person has ability to distinguish right and wrong path, ਇੱਕ ਗੱਲ। ਦੂਸਰਾ, that person has a capacity to tolerate the opposite opinion, ਜਾਂ ਕਿ ਉਹ ਪਰਸਨ ਟੋਲਰੇਬਲ ਹੋਵੇ ਔਰ ਉਹ ਦੂਸਰਿਆਂ ਦੇ ਜਿਹੜਾ ਹੈ ਓਪੀਨੀਅਨ ਜਿਹੜਾ ਹੈ ਉਸ ਨੂੰ ਵੀ ਰਿਸਪੈਕਟ ਕਰੇ। ਔਰ ਇੱਕ ਗੱਲ ਹੋਰ ਜਿਹੜੀ ਇਹਦੇ ਵਿੱਚ ਅਸੀਂ ਕਹਿੰਦੇ ਆ ਉਹ ਹੈ ਕਿ ਜਿਹੜੀਆਂ ਐਥਨਿਕ ਆਇਡੈਂਟੀਟੀਜ਼ ਨੇ, ਜਿਹੜੇ ਡਿਫਰੈਂਸ ਨੇ, ਜਿਹੜੇ ਕਲਚਰਲ ਡਾਇਵਰਸਿਟੀ ਹੈ ਇੰਡੀਆ ਦੀ, ਉਹ ਪਰਸਨ ਜਿਹੜਾ ਹੈ ਇੱਕ ਤਾਂ ਉਸ ਨੂੰ ਰਿਸਪੈਕਟ ਕਰੇ, ਦੂਸਰਾ ਉਹਦੇ ਵਿੱਚ ਅਸੀਂ ਇਹ ਐਬਿਲਿਟੀ ਡਿਵੈਲਪ ਕਰ ਸਕੀਏ ਕਿ ਉਹ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰ ਸਕਣ। ਠੀਕ ਹੈ, ਕਿ ਉਹ ਐਬਿਲਿਟੀ ਉਹਦੇ ਵਿੱਚ ਹੈ ਕਿ ਜਦੋਂ ਕਹਿੰਦਾ ਇਹਨੂੰ ਵੈਲਿਊ ਦਿਓ, ਆਪਣੇ ਕਲਚਰ ਨੂੰ ਟ੍ਰਾਂਸਮਿਟ ਕਰੋ ਔਰ ਉਹਦੀ ਵੈਲਿਊ ਇਨਕਲਕੇਟ ਕਰੋ ਆਪਣੇ ਬੱਚਿਆਂ 'ਚ, ਔਰ ਉਹਨੂੰ ਫਿਰ ਅਸੈਸ ਕਰੋ ਕਿ ਉਹ ਟ੍ਰਾਂਸਮਿਟ ਹੋ ਗਿਆ ਕਿ ਨਹੀਂ। ਤਾਂ ਇਹ ਇਹਦੇ ਵਿੱਚ ਜਿਹੜਾ ਇੱਕ ਗੱਲ ਹੈ। ਅਗਲੀ ਗੱਲ ਜਿਹੜੀ ਇਹਦੇ ਵਿੱਚ ਉਹ ਕਹਿੰਦਾ ਹੈ that is related to ਮਲਟੀਪਲ ਫਰੇਮਵਰਕ। ਇਹਦੇ ਵਿੱਚ ਇਹ ਵੀ ਦੇਖਣਾ ਪਏਗਾ ਕਿ ਇੱਕ ਤਾਂ ਰੈਕੋਗਨਾਈਜ਼ ਕਰਨਾ ਔਰ ਇੱਕ ਐਪਰੀਸ਼ੀਏਟ ਕਰਨਾ, ਦੋਨੋਂ ਚੀਜ਼ਾਂ ਨੂੰ ਸਾਨੂੰ ਜਿਹੜਾ ਹੈ ਅਸੈਸਮੈਂਟ ਦਾ ਹਿੱਸਾ ਬਣਾਉਣਾ ਪਏਗਾ। ਇੱਕ ਤਾਂ ਸਟੂਡੈਂਟ ਜਿਹੜਾ ਹੈ ਉਹ ਜਿਹੜਾ ਉਹਦਾ ਕਲਚਰ ਪ੍ਰੋਬਲਮ ਫੇਸ ਕਰ ਰਿਹਾ ਹੈ, ਉਹਨਾਂ ਇਸ਼ੂਜ਼ ਤੇ ਨੂੰ ਕੀ ਸਮਝਦਾ ਹੈ। ਜਿਵੇਂ ਅੱਜ ਪੰਜਾਬੀਆਂ ਦੇ ਕੁਝ ਇਸ਼ੂ ਦੱਸੋ, ਕਿਹੜੇ ਇਸ਼ੂ ਨੇ ਜਿਹੜੇ ਪੰਜਾਬੀ ਐਜ਼ ਅ ਕਮਿਊਨਿਟੀ ਫੇਸ ਕਰ ਰਹੇ ਨੇ, ਦੱਸ ਸਕਦੇ ਹੋ? ਸਰ ਇਹਦੇ ਵਿੱਚ ਅਸੀਂ ਫਾਰਮਰਸ ਦਾ ਇਸ਼ੂ ਲੈ ਸਕਦੇ ਹਾਂ। ਹਾਂ ਲੈ ਸਕਦੇ ਹਾਂ, ਫਾਰਮਰ ਇਸ਼ੂ ਜਾਂ ਹਾਂਜੀ ਉਹ फार्म सुसाइड है, फार्म डेट है, और उसे कारण आजकल फार्म एजिटेशन है। हाँ एक हो गया, होर कोई गल? बस एक कोई प्रॉब्लम है पंजाबियों कोई होर प्रॉब्लम नहीं? ड्रग्स भी ले सकते हैं। ड्रग्स एक सोशल इशू है, बहुत बड़ी प्रॉब्लम है। कि यही प्रॉब्लम है, होर कोई प्रॉब्लम नहीं? ड्रग्स और फार्म। सर ਇਹ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਅਸੀਂ ਜ਼ਿਆਦਾ ਮਾਡਰਨ ਹੋਣ ਦੇ ਚੱਕਰ ਵਿੱਚ ਅਸੀਂ ਇੰਗਲਿਸ਼ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਹਾਂ। ਹਾਂ, ਔਰ ਆਪਣੀ ਮਦਰ ਟੰਗ ਕਲਚਰਲ ਆਇਡੈਂਟੀਟੀ ਨੂੰ ਛੱਡ ਰਹੇ ਹਾਂ ਅਸੀਂ ਆਪਣੀ, ਹੈ ਨਾ ਜੀ। ਅਸੀਂ ਮੈਂ ਗਿਣਾ ਹੋਵੇ ਤਾਂ ਮੈਂ ਕਹਾਂਗਾ ਸਭ ਤੋਂ ਪਹਿਲਾ ਹੈ ਕਿ ਗੁਰੂ ਨਾਨਕ ਨੇ ਆਖਿਆ ਸੋ ਕਿਉ ਬੰਦਾ ਖਿਜਤ ਜਮੇ ਰਾਜਾਨ। ਅਸੀਂ ਉਸੇ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਜਿੱਥੇ ਹੋਕਾ ਦਿੱਤਾ ਗਿਆ ਕਿ ਔਰਤ ਦੀ ਕਦਰ ਕਰਨੀ ਹੈ। ਅਸੀਂ ਉਸੇ ਸੈਕਟਰ ਹੋਣ ਦੇ ਬਾਅਦ ਵੀ ਸਾਡੇ ਮੱਥੇ ਤੇ ਅੱਜ ਕੁੜੀ ਮਾਰਾਂ ਦਾ ਜਿਹੜਾ ਹੈ ਧੱਬਾ ਹੈ। ਤਾਂ ਇਹਦਾ ਮਤਲਬ ਇਹ ਇਸ਼ੂ ਹੈ ਕਿ ਅਸੀਂ ਫੀਮੇਲ ਫੀਟੀਸਾਈਡ ਜਿਹੜਾ ਹੈ ਉਹਦੇ ਵਿੱਚ ਨੇਸ਼ਨ ਨੂੰ ਲੀਡ ਕਰ ਰਹੇ ਹਾਂ। ਸਭ ਤੋਂ ਵੱਡਾ ਸਾਡਾ ਇੰਡੈਕਸ ਹੈ। ਜਿਹੜੇ ਉਹ ਲੋਕ ਜਿਹੜੇ ਜਿਨ੍ਹਾਂ ਡੌਲੀ, ਹਾਂ ਡੌਲੀ ਉਹਦਾ ਕਾਰਨ ਡੌਲੀ ਹੈ। ਹੁਣ ਅਗਲੀ ਗੱਲ ਹੈ ਕਿ ਉਹਦਾ ਕਾਰਨ ਡੌਲੀ ਹੈ। ਕੁੜੀਆਂ ਕਿਉਂ? ਅਗਲੀ ਗੱਲ ਸੀ ਅਨਇੰਪਲੋਇਮੈਂਟ। ਸਭ ਤੋਂ ਜ਼ਿਆਦਾ ਰੇਟ ਪੰਜਾਬ ਦੇ ਵਿੱਚ ਹੈ ਅਨਇੰਪਲੋਇਮੈਂਟ ਦਾ, ਔਰ ਅਨਇੰਪਲੋਇਮੈਂਟ ਹੈ ਇਸੇ ਕਾਰਨ ਡਰੱਗ ਐਡਿਕਸ਼ਨ ਹੈ। ਜਿਹੜਾ ਡਰੱਗ ਤੋਂ ਬਚ ਗਿਆ ਉਹ ਮਾਈਗ੍ਰੇਟ ਹੋ ਗਿਆ। ਇਹਦਾ ਮਤਲਬ ਹੈ ਅਸੀਂ ਆਪਣੀ ਆਇਡੈਂਟੀਟੀ ਤੇ ਆਪਣਾ ਮਦਰਲੈਂਡ ਛੱਡ ਕੇ ਡਿਸਪਲੇਸ ਹੋ ਰਹੇ ਹਾਂ। ਤਾਂ ਉਹ ਡਿਸਪਲੇਸਮੈਂਟ ਹੈ, ਮਾਈਗ੍ਰੇਸ਼ਨ ਨਹੀਂ ਹੈ। ਮਾਈਗ੍ਰੇਟਡ ਲੋਕ ਵਾਪਸ ਆ ਸਕਦੇ, ਡਿਸਪਲੇਸਮੈਂਟ ਵਾਲੇ ਵਾਪਸ ਨਹੀਂ ਆਉਂਦੇ। ਜਿਵੇਂ ਪਾਕਿਸਤਾਨ ਬਣਿਆ, ਅਸੀਂ ਪਾਕਿਸਤਾਨ ਤੋਂ ਸਾਡੇ
ਮੇਰੇ ਦਾਦਾ ਜੀ ਹੁਣੀ ਪਾਕਿਸਤਾਨ ਤੋਂ ਆਏ ਤਾਂ ਸਾਨੂੰ ਡਿਸਪਲੇਸ ਕਰ ਦਿੱਤਾ ਗਿਆ, ਹੁਣ ਅਸੀਂ ਦੁਬਾਰਾ ਵਾਪਸ ਉੱਥੇ ਨਹੀਂ ਜਾ ਸਕਦੇ। ਤਾਂ ਸਿਮਿਲਰ ਇਜ਼ ਗੋਇੰਗ ਟੂ ਹੈਪਨ ਵਿਦ ਪੰਜਾਬੀ, ਜੋ ਕੈਨੇਡਾ ਜਾ ਰਹੇ ਹੋ, ਅਮਰੀਕਾ ਜਾ ਰਹੇ, ਦੇ ਆਰ ਗੋਇੰਗ ਫਾਰ PR, ਤਾਂ ਵਾਪਸ ਨਹੀਂ ਆ ਰਹੇ। ਤਾਂ ਇਹ ਬੜੀਆਂ ਸਾਰੀਆਂ ਆਇਡੈਂਟੀਟੀਜ਼ ਨੇ ਕਿ ਬੱਚਾ ਇਹ ਸਾਰੇ ਕੁਝ ਨੂੰ ਸਮਝਦਾ ਹੈ, ਰੈਕੋਗਨਾਈਜ਼ ਕਰਦਾ ਕਿ ਕੀ ਹੈ ਨਾ, ਕਿ ਉਹ ਜਿਹੜੇ ਪੋਜ਼ਿਟਿਵ ਸਾਡੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਜਾਣਦਾ ਹੈ। ਸਾਡਾ ਪੋਜ਼ਿਟਿਵ ਕੀ ਹੈ, ਅਸੀਂ ਬੜੇ ਮਿਹਨਤੀ ਕਮਿਊਨਿਟੀ ਹਾਂ, ਅਸੀਂ ਬੜੀ ਇਮਾਨਦਾਰ ਕਮਿਊਨਿਟੀ ਹਾਂ, ਅਸੀਂ ਬੜੇ ਵੈਲਫੇਅਰ ਵਾਲੀ ਕਮਿਊਨਿਟੀ ਹਾਂ। ਤੁਸੀਂ ਦੇਖਿਆ ਹੋਵੇਗਾ ਜਿੱਥੇ ਮੁਸੀਬਤ ਹੋਏਗੀ ਉੱਥੇ ਪੰਜਾਬੀ ਦਿਖੇਗਾ ਤੁਹਾਨੂੰ ਸੇਵਾ ਕਰਦਾ, ਉੱਥੇ ਪੰਜਾਬੀ ਤੁਹਾਨੂੰ ਲੋਕਾਂ ਦੀ ਟੇਕ ਕੇਅਰ ਕਰਦਾ, ਉਹਨਾਂ ਲਈ ਫੂਡ ਦੀ ਅਰੇਂਜਮੈਂਟ, ਉਹਨਾਂ ਲਈ ਹੋਰ ਨੀਡੀ ਜਿਹੜੀਆਂ ਨੇ ਨੀਡਸ ਨੇ ਉਹਨਾਂ ਦੀ ਸਪੋਰਟ ਦਿੰਦਾ ਹੋਇਆ ਦਿਖਾਈ ਦੇਗਾ। ਤਾਂ ਕਿ ਅਸੀਂ ਬੱਚੇ 'ਚ ਇਹ ਰੈਕੋਗਨੀਸ਼ਨ ਔਰ ਐਪਰੀਸ਼ੀਏਸ਼ਨ ਜਿਹੜੀ ਹੈ ਇਹ ਡਿਵੈਲਪ ਕਰ ਪਾ ਰਹੇ ਹਾਂ। ਅਸੀਂ ਕੀ ਇਸ ਨੂੰ ਕਿਵੇਂ ਅਸੈਸ ਕਰਾਂਗੇ, ਇਹ ਵੀ ਇੱਕ ਏਮ ਹੈ, ਸਾਨੂੰ ਇਸ ਨੂੰ ਵੀ ਦੇਖਣਾ ਹੈ। ਉਸ ਤੋਂ ਬਾਅਦ ਕੁਝ ਆਬਜੈਕਟਿਵਸ ਦੱਸੇ ਨੇ, ਆਬਜੈਕਟਿਵ ਤੋਂ ਬਾਅਦ ਕੁਝ ਪਰਪਸਸ ਦੱਸੇ ਨੇ। ਪਰਪਸਸ ਜਿਹੜੇ ਲੌਂਗ ਟਰਮ ਹੋਇਆ ਕਰਦੇ, ਆਬਜੈਕਟਿਵ ਸ਼ਾਰਟ ਟਰਮ ਹੈ। ਆਬਜੈਕਟਿਵ ਟੀਚਰ ਇਮੀਡੀਏਟ ਹਾਸਲ ਕਰਨਾ ਚਾਹੁੰਦਾ ਹੈ, ਜਿਹੜਾ ਪਰਪਸ ਹੈ ਇਸ ਨੂੰ ਅਸੀਂ ਥੋੜਾ ਲੌਂਗ ਟਰਮ ਦੇ ਵਿੱਚ ਰੱਖਦੇ ਹਾਂ। ਉਹ ਕਹਿੰਦੇ ਆ ਕਿ ਫੀਡਬੈਕ ਕਰਨੀ ਹੈ ਤਾਂ ਕਿ ਅਸੀਂ ਕਰੈਕਟ ਮੈਂਟਲ ਪ੍ਰੋਸੈਸ ਆਇਡੈਂਟੀਫਾਈ ਕਰਨ ਦੀ ਹੈਲਪ ਕਰ ਸਕੀਏ, ਇਹ ਏਮ ਹੈ। ਉਹ ਕਹਿੰਦੇ ਆ ਕਿ ਅਸੈਸਮੈਂਟ ਕੀਤੀ ਇਸ ਲਈ ਜਾਂਦੀ ਹੈ ਕਿ ਅਸੀਂ ਬੱਚੇ ਨੂੰ ਇਹ ਫੀਡਬੈਕ ਦੇ ਸਕੀਏ ਕਿ ਉਹਦਾ ਕਿਹੜਾ ਡਾਇਰੈਕਸ਼ਨ ਠੀਕ ਹੈ, ਉਸ ਨੂੰ ਕਿਸ ਪਾਸ ਤੇ ਜਾਣਾ ਹੋਏਗਾ। ਉਹ ਅਸੀਂ ਜਿਹੜਾ ਸਪੋਰਟ ਹੈ ਜਾਂ ਜਿਹੜੀ ਗਾਈਡੈਂਸ ਹੈ ਉਹ ਤਾਂ ਦੇ ਪਾਵਾਂਗੇ ਜੇ ਅਸੀਂ ਬੱਚੇ ਦੀ ਅਕੈਡਮਿਕ ਅਚੀਵਮੈਂਟ, ਉਹਦੀਆਂ ਸਕਿੱਲ, ਉਹਦੀ ਵੈਲਿਊ ਨੂੰ ਪਹਿਲਾਂ ਅਸੈਸ ਕਰ ਸਕੀਏ। ਤਾਂ ਜਦੋਂ ਅਸੈਸ ਕਰ ਲਵਾਂਗੇ ਫਿਰ ਅਸੀਂ ਦੱਸਾਂਗੇ ਕਿ ਤੇਰਾ ਸਟਰੈਂਥ ਤਾਂ ਤੇਰੀ ਸਪੋਰਟਸ ਦੀ ਹੈ, ਤੂੰ ਮੈਡੀਕਲ ਕੀ ਕਰਨਾ ਹੈ, ਜਾਂ ਸਟਰੈਂਥ ਤਾਂ ਤੇਰੀ ਮੈਡੀਕਲ ਦੀ ਹੈ, ਤੂੰ ਸਪੋਰਟਸ ਕੀ ਕਰਨਾ ਹੈ। ਤਾਂ ਅਸੀਂ ਉਸ ਨੂੰ ਪ੍ਰੋਪਰ ਜਿਹੜੀ ਗਾਈਡੈਂਸ ਹੈ ਉਹ ਤਾਂ ਹੀ ਫੀਡਬੈਕ ਦੇ ਪਾਵਾਂਗੇ। ਜਾਂ ਫਿਰ ਅਸੀਂ ਜਦੋਂ ਕਹਿੰਦੇ ਹਾਂ ਕਿ ਅਸੀਂ ਜਦੋਂ ਕੰਸਟਰਕਟ ਕਰਦਾ ਹੈ ਉਹਦੀਆਂ ਵੀਕਨੈਸ ਨੂੰ ਦੱਸਦੇ ਹਾਂ ਕਿ ਕਿਹੜੇ ਏਰੀਆ ਉਹਦੇ ਵੀਕ ਨੇ ਔਰ ਕੀ ਇੰਪਰੂਵਮੈਂਟ ਚਾਹੀਦੀ ਹੈ, ਤੇ ਇਹਦਾ ਮਤਲਬ ਅਸੀਂ ਉਸ ਨੂੰ ਐਕੂਰੇਟ ਗਾਈਡ ਕਰਨ ਦੀ ਗੱਲ ਕਰਦੇ ਹਾਂ ਕਿ ਕਿਵੇਂ ਗਾਈਡ ਕਰਨਾ ਹੈ। ਫਿਰ ਅਗਲੀ ਗੱਲ ਹੈ ਕਿ ਲਰਨਰ ਐਂਡ ਟਾਸਕ ਐਨਾਲਿਸਿਸ ਟੂ ਡਿਜ਼ਾਈਨ ਇੰਸਟਰਕਸ਼ਨ। ਕੰਸਟਰਕਟਿਵਿਜ਼ਮ ਇਹ ਵੀ ਕਹਿੰਦਾ ਹੈ ਕਿ ਜਦੋਂ ਅਸੀਂ ਬਿਹੇਵੀਅਰ ਮੋਡੀਫਿਕੇਸ਼ਨ ਨੂੰ ਹੀ ਏਮ ਮੰਨ ਲਿਆ ਐਜੂਕੇਸ਼ਨ ਦਾ, ਤਾਂ ਬਿਹੇਵੀਅਰ ਕਿਵੇਂ ਮੋਡੀਫਾਈ ਹੋਏਗਾ। ਉਹ ਕਹਿੰਦਾ ਬਿਹੇਵੀਅਰ ਮੋਡੀਫਾਈ ਕਰਨ ਲਈ ਸਾਨੂੰ ਇਹ ਦੇਖਣਾ ਹੈ ਕਿ ਅਸੀਂ ਲਰਨਰ ਦਾ ਐਨਾਲਿਸਿਸ ਕਰ ਸਕੀਏ। ਲਰਨਰ ਤੋਂ ਇਹ ਦੇਖਣਾ ਹੈ ਲਰਨਰ ਨੂੰ ਐਕਟਿਵ ਕਿਵੇਂ ਰੱਖਿਆ ਜਾ ਸਕਦਾ ਹੈ, ਉਹਦੀ ਜਿਹੜੀ ਤੁਹਾਡੇ ਨਾਲ ਕੰਸਿਸਟੈਂਟ ਰਿਟੈਂਸ਼ਨ ਆਫ ਜਿਹੜਾ ਅਟੈਂਸ਼ਨ ਹੈ ਉਸ ਨੂੰ ਕਿਵੇਂ ਬਣਾ ਕੇ ਰੱਖ ਸਕਦੇ ਹੋ, ਤੁਹਾਡੇ ਨਾਲ ਜੁੜਿਆ ਕਿਵੇਂ ਰਵੇ, ਉਹ ਤੁਹਾਨੂੰ ਸੁਣਦਾ ਕਿਵੇਂ ਰਵੇ, ਉਹ ਤੁਹਾਡੇ ਨਾਲ ਕੰਮ ਕਿਵੇਂ ਕਰੇ। ਅਗਲੀ ਗੱਲ ਹੈ ਕਿ ਅਸੀਂ ਉਹਦਾ ਪਾਥ ਕਿਵੇਂ, ਲਰਨਿੰਗ ਪਾਥ ਹੈ ਉਸ ਨੂੰ ਡਾਇਰੈਕਟ ਕਿਵੇਂ ਕਰ ਸਕੀਏ, ਇਸ ਲਈ ਅਸੀਂ ਲਰਨਰ ਨੂੰ ਜਾਣਨਾ ਹੈ। ਫਿਰ ਉਹ ਕਹਿੰਦੇ ਆ ਕਿ ਇਹ ਵੀ ਡਿਟਰਮਿਨ ਕਰਨ ਦੀ ਲੋੜ ਹੈ ਕਿ ਸਾਡਾ ਇੰਸਟਰਕਸ਼ਨਲ ਡਿਜ਼ਾਈਨ ਕੀ ਹੋਵੇ, ਅਸੀਂ ਕਿਵੇਂ ਆਪਣੇ ਪੜ੍ਹਾਉਣ ਦੇ ਤਰੀਕੇ ਬਦਲੀਏ ਕਿ ਅਸੀਂ ਲਰਨਿੰਗ ਨੂੰ ਹੋਰ ਬੈਟਰ ਕਰ ਸਕੀਏ। ਤਾਂ ਕੰਸਟਰਕਟਿਵਿਸਟ ਇਹ ਵੀ ਕਹਿੰਦੇ ਆ ਕਿ ਲਰਨਰ ਔਰ ਟਾਸਕ ਐਨਾਲਿਸਿਸ ਇਸ ਲਈ ਵੀ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਲਈ ਜਿਹੜਾ ਇੰਸਟਰਕਸ਼ਨਲ ਡਿਜ਼ਾਈਨ ਹੈ, ਜਿਹੜਾ ਮੈਥਡ ਹੈ, ਜਿਹੜੀ ਸਟ੍ਰੈਟਜੀ ਹੈ, ਉਸ ਨੂੰ ਸਟੂਡੈਂਟ ਦੀ ਨੌਲੇਜ ਦੀ ਲਾਈਟ 'ਚ ਬਦਲੀਏ ਕਿ ਸਟੂਡੈਂਟ ਕੀ ਚਾਹੁੰਦੇ ਨੇ, ਸਟੂਡੈਂਟ ਕਿਵੇਂ ਬੈਟਰ ਸਿੱਖ ਸਕਦੇ ਨੇ, ਉਹਨਾਂ ਦੀਆਂ ਕੀ ਹੋਰ ਜਿਹੜੀਆਂ ਵੀਕਨੈਸ ਨੇ ਜਿਨ੍ਹਾਂ ਨੂੰ ਅਸੀਂ ਲਰਨਿੰਗ ਮੈਥਡ ਚੇਂਜ ਕਰਨ ਨਾਲ ਓਵਰਕਮ ਕਰ ਸਕਦੇ ਹਾਂ। ਤਾਂ ਅਸੀਂ ਇਸ ਲਈ ਵੀ ਉਹ ਕਹਿੰਦੇ ਆ ਕਿ ਜਿਹੜੀ ਹੈ ਕਰਾਂਗੇ। ਅਗਲੀ ਗੱਲ ਉਹ ਕਹਿੰਦੇ ਆ ਕਿ ਐਕਟਿਵ ਇਨਵੋਲਵਮੈਂਟ ਇੰਸ਼ੋਰ ਕਰਨਾ ਕੰਸਟਰਕਟਿਵਿਸਟ ਦਾ ਪਹਿਲਾ ਪਰਪਸ ਰਹਿੰਦਾ ਹੈ। ਉਹ ਕਹਿੰਦੇ ਆ ਕਿ ਲਰਨਰ ਜਿਹੜਾ ਹੈ ਲਰਨਿੰਗ ਪ੍ਰੋਸੈਸ ਦੇ ਵਿੱਚ ਜੇਕਰ ਐਕਟਿਵਲੀ ਇਨਵੋਲਵ ਹੈ ਤਾਂ ਫਿਰ ਅਸੀਂ ਉਸ ਨੂੰ ਲਰਨਰ ਨੂੰ ਇਹ ਪਲਾਨ ਕਰਨ ਦੇ ਲਈ ਐਕਟਿਵਲੀ ਇਨਵੋਲਵ ਕਰ ਸਕਦੇ ਹਾਂ ਕਿ ਉਹਦੀ ਟ੍ਰੇਨਿੰਗ ਮੈਥਡ ਕੀ ਹੋਵੇ ਤੇ ਉਹਦੀਆਂ ਐਵੈਲੂਏਸ਼ਨ ਸਟ੍ਰੈਟੇਜੀਜ਼ ਕੀ ਹੋਣ। ਬੱਚਾ ਸੈਲਫ ਜਿਹੜਾ ਹੈ ਇਨਵੋਲਵ ਹੈ, ਇਸ ਲਈ ਟੀਚਰ ਮੈਥਡ ਨਹੀਂ ਆਪਟ ਕਰ ਰਿਹਾ, ਬੱਚੇ ਨਾਲ ਸਟੂਡੈਂਟਸ ਨਾਲ ਕੰਸਲਟ ਕਰਕੇ ਮੈਥਡ ਡਿਸਾਈਡ ਹੋ ਰਿਹਾ ਔਰ ਉਸ ਤੋਂ ਬਾਅਦ ਐਵੈਲੂਏਸ਼ਨ ਵੀ ਇਕੱਲਾ ਟੀਚਰ ਨਹੀਂ ਕਰ ਰਿਹਾ, ਉਹ ਪੀਅਰ ਅਸੈਸਮੈਂਟ ਕਰ ਰਿਹਾ, ਰੂਬਰਿਕਸ ਲਗਾ ਰਿਹਾ ਔਰ ਜਾਂ ਉਹ ਸੈਲਫ ਅਸੈਸਮੈਂਟ ਕਰ ਰਿਹਾ ਹੈ। ਤਾਂ ਇਹਦਾ ਮਤਲਬ ਹੈ ਅਸੀਂ ਬੱਚੇ ਨੂੰ ਸਿਰਫ ਟੀਚਿੰਗ 'ਚ ਹੀ ਲਰਨਿੰਗ ਪ੍ਰੋਸੈਸ 'ਚ ਐਕਟਿਵਲੀ ਇਨਵੋਲਵ ਨਹੀਂ ਕਰਦੇ, ਅਸੀਂ ਉਸ ਨੂੰ ਅਸੈਸਮੈਂਟ ਦੇ ਪਾਰਟ 'ਤੇ ਵੀ ਇਨਵੋਲਵ ਕਰਨਾ ਹੈ। ਇਹ ਵੀ ਇੱਕ ਏਮ ਹੈ। ਤਾਂ ਇਹਦਾ ਉਹ ਕਹਿੰਦੇ ਆ ਕਿ ਕੰਸਟਰਕਟਿਵਿਸਟ ਇਸ ਚੀਜ਼ 'ਚ
ਫੇਥ ਕਰਦੇ ਆ ਕਿ ਅਸੀਂ ਇਸ ਤਰ੍ਹਾਂ ਦੇ ਡਿਜ਼ਾਈਨ, ਇਸ ਤਰ੍ਹਾਂ ਦੇ ਟੂਲ ਲੈ ਕੇ ਆਈਏ, ਜਿਵੇਂ ਰੂਬਰਿਕ ਹੋਇਆ, ਜਿਵੇਂ ਪੋਰਟਫੋਲੀਓ ਹੋਇਆ, ਜਿਵੇਂ ਪੀਅਰ ਅਸੈਸਮੈਂਟ ਹੋਇਆ। ਅਸੀਂ ਇਸ ਤਰ੍ਹਾਂ ਦੇ ਨਵੇਂ ਟੂਲ ਲੈ ਕੇ ਆਈਏ ਜਿਹੜੇ ਟੂਲ ਹੈ ਕਿ ਜਿਹੜਾ ਇਵੈਲੂਏਸ਼ਨ ਸਟ੍ਰੈਟਜੀ ਹੈਗੀ ਹੈ ਉਹਦੇ ਵਿੱਚ ਵੀ ਬੱਚੇ ਨੂੰ ਇਨਵੋਲਵ ਕੀਤਾ ਜਾ ਸਕੇ। ਨਾ ਹੋਵੇ ਕਿ ਟੀਚਰ ਟੈਸਟ ਲਵੇ ਤੇ ਆਪਣੇ ਕੋਲੋਂ ਨੰਬਰ ਲਗਾ ਲਵੇ। ਅਸੀਂ ਸਟੂਡੈਂਟ ਨੂੰ ਰੂਬਰਿਕ ਫੜਾਈਏ, ਅਸੀਂ ਸਟੂਡੈਂਟ ਨੂੰ ਪੋਰਟਫੋਲੀਓ ਕੰਸਟਰਕਟ ਕਰਨ ਲਈ ਕਹੀਏ, ਅਸੀਂ ਸਟੂਡੈਂਟ ਨੂੰ ਪੀਅਰ ਅਸੈਸਮੈਂਟ, ਇੱਕ ਦੂਸਰੇ ਦੀ ਅਸੈਸਮੈਂਟ ਕਰਨ ਲਈ ਕਹੀਏ ਤਾਂ ਕਿ ਉਹ ਇੱਕ ਦੂਸਰੇ ਨੂੰ ਰੇਟ ਕਰ ਸਕਣ। ਤਾਂ ਇਸ ਤਰ੍ਹਾਂ ਸੈਲਫ ਇਨਵੋਲਵਮੈਂਟ ਦੀ ਗੱਲ ਵੀ ਇਹਦੇ ਵਿੱਚ ਆਉਂਦੀ ਹੈ। ਤਾਂ ਇਹਦਾ ਮਤਲਬ ਹੈ ਅਸੀਂ ਬੱਚੇ ਨੂੰ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਨਵੋਲਵ ਰੱਖਣਾ ਚਾਹੁੰਦੇ ਹਾਂ। ਅਗਲੀ ਗੱਲ ਉਹ ਕਹਿੰਦੇ ਆ ਕਿ ਅਸੀਂ ਆਇਡੈਂਟੀਫਾਈ ਤੇ ਇਲਸਟ੍ਰੇਟ ਕਰਨਾ ਹੈ ਪ੍ਰੀ ਰੈਕੁਇਜ਼ਿਟ ਰਿਲੇਸ਼ਨਸ਼ਿਪ ਇਨ ਹਾਇਰਾਰਕੀਅਲ ਐਨਾਲਿਸਿਸ। ਇਹਨੂੰ ਅਸੀਂ ਸਮਝਦੇ ਹਾਂ ਕਿ ਉਹ ਕਹਿੰਦੇ ਆ ਕਿ ਕੰਸਟਰਕਟਿਵਿਸਟ ਇਹ ਕਹਿੰਦੇ ਆ ਕਿ ਜਿਹੜੇ ਕੋਗਨੀਟਿਵ ਟਾਸਕ ਨੇ ਅਸੀਂ ਉਹਨਾਂ ਦੇ ਜਿਹੜੇ ਲਰਨਿੰਗ ਔਰ ਇੰਸਟਰਕਸ਼ਨਲ ਸਟ੍ਰੈਟਜੀ ਜਿਹੜੀਆਂ ਨੇ ਉਹਨਾਂ ਵਿਚਲੇ ਸੰਬੰਧ ਨੂੰ ਸਮਝਾਉਣਾ ਹੈ। ਜਿਵੇਂ ਜਿਹੜੀਆਂ ਟ੍ਰੈਡੀਸ਼ਨਲ ਥਿਊਰੀ ਸੀਗੀਆਂ ਉਹ ਇਹ ਕਹਿੰਦੀਆਂ ਸੀ ਕਿ ਐਸਆਰ ਰਿਲੇਸ਼ਨ ਹੈ, ਸਟਿਮੂਲੀ ਹੈ ਔਰ ਰਿਸਪੌਂਸ ਹੈ ਤੇ ਬੱਚਾ ਸਿੱਖਦਾ ਹੈ। ਤਾਂ ਇਹਦਾ ਮਤਲਬ ਹੈ ਉਹਨਾਂ ਨੇ ਕਿਹਾ ਸੀ ਕਿ ਲਰਨਿੰਗ ਰਿਲੇਸ਼ਨਸ਼ਿਪ ਇਹ ਹੈ ਕਿ ਲਰਨਿੰਗ ਐਨਵਾਇਰਨਮੈਂਟ 'ਚ ਐਗਜ਼ਿਸਟ ਕਰਦੀ ਹੈ। ਤੁਸੀਂ ਬੱਚੇ ਨੂੰ ਸਟਿਮੂਲੀ ਨਾਲ ਜੋੜ ਕੇ ਐਨਵਾਇਰਨਮੈਂਟ ਦੇ ਵਿੱਚ ਸ਼ੇਪ ਕਰ ਸਕਦੇ ਹੋ ਕੰਡੀਸ਼ਨਿੰਗ 'ਚ ਰੱਖ ਕੇ। ਪਰ ਜਿਹੜਾ ਕੰਸਟਰਕਟਿਵਿਜ਼ਮ ਹੈ ਇਹ ਕਹਿੰਦਾ ਇਸ ਤਰ੍ਹਾਂ ਨਹੀਂ ਹੈ। ਲਰਨਿੰਗ ਜਿਹੜਾ ਹੈ ਕਗਨੀਸ਼ਨ ਪ੍ਰੋਸੈਸ ਹੈ। ਬੱਚਾ ਆਪਣੇ ਥਾਟ ਪ੍ਰੋਸੈਸ ਤੇ ਰੀਜ਼ਨ, ਲੌਜਿਕ, ਇਨੋਵੇਸ਼ਨ, ਕ੍ਰੀਏਟੀਵਿਟੀ ਨੂੰ ਇਨਵੋਲਵ ਕਰਕੇ ਸਿੱਖਦਾ ਹੈ। ਤਾਂ ਉਹ ਕਹਿੰਦਾ ਕਿ ਜੇਕਰ ਲਰਨਿੰਗ ਸਟ੍ਰੈਟੇਜੀਜ਼ ਇਸ ਤਰ੍ਹਾਂ ਦੀਆਂ ਹੋਣ ਜਿਹੜੀਆਂ ਬੱਚੇ ਦੇ ਕਗਨੀਟਿਵ ਨੂੰ ਐਕਟਿਵ ਰੱਖ ਸਕਣ, ਜਿਹੜੀਆਂ ਉਹਨਾਂ ਦੇ ਇਨੋਵੇਸ਼ਨ ਨੂੰ ਤੇ ਇਨੀਸ਼ੀਏਸ਼ਨ ਨੂੰ ਸਟਿਮੂਲੇਟ ਕਰ ਸਕਣ, ਜਿਹੜੀਆਂ ਉਹਨਾਂ ਦੇ ਕ੍ਰੀਏਟਿਵ ਆਈਡੀਆ ਨੂੰ ਰੈਕੋਗਨਾਈਜ਼ ਕਰ ਸਕਣ, ਤਾਂ ਜੇਕਰ ਇਸ ਤਰ੍ਹਾਂ ਦਾ ਮੈਥਡ ਅਡਾਪਟ ਕਰਦੇ ਹੋ ਫਿਰ ਲਰਨਿੰਗ ਹੋਏਗੀ। ਕਿ ਇਨੋਵੇਟਿਵ ਜਿਹੜੀ ਆਈਡੀਆਜ਼ ਨੇ ਹਨਾ, ਤੁਸੀਂ ਬੌਂਡ ਕਰਕੇ ਬੱਚੇ ਨੂੰ ਨਹੀਂ ਸਿਖਾ ਸਕਦੇ ਕਿ ਤੁਸੀਂ ਕੰਡੀਸ਼ਨਿੰਗ ਕਰਦੇ ਹੋ ਕਿ ਆਹ ਇਨਵਰਟਡ ਕੋਮਾ 'ਚ ਲਿਖਿਆ, ਜੇ ਇਹੀ ਤੂੰ ਇਗਜ਼ਾਮ 'ਚ ਲਿਖੇਗਾ ਤਾਂ ਤੈਨੂੰ ਪਾਸ ਕੀਤਾ ਜਾਏਗਾ। ਅਸੀਂ ਉਸ ਦੇ ਸੈਲਫ ਐਕਸਪ੍ਰੈਸ਼ਨ ਨੂੰ ਜਾਂ ਆਈਡੀਆ ਨੂੰ ਐਕਸਪ੍ਰੈਸ ਕਰਨ ਦੀ ਐਬਿਲਿਟੀ ਨੂੰ ਕਿਵੇਂ ਆਪਣੀ ਇੰਸਟਰਕਸ਼ਨਲ ਸਟ੍ਰੈਟਜੀ ਨਾਲ ਜੋੜ ਸਕਦੇ ਹਾਂ। ਤਾਂ ਲਰਨਿੰਗ ਕਿਵੇਂ ਹੋਏਗੀ? ਲਰਨਿੰਗ ਜਦੋਂ ਆਪਣਾ ਕਗਨੀਸ਼ਨ ਜਿਹੜਾ ਹੈ ਉਸ ਨੂੰ ਯੂਜ਼ ਕਰੇਗਾ, ਤਾਂ ਜਦੋਂ ਆਪਣੇ ਆਈਡੀਆ ਤੇ ਕੰਮ ਕਰੇਗਾ ਲਰਨਿੰਗ ਉਦੋਂ ਹੋਏਗੀ। ਤਾਂ ਫਿਰ ਜੇ ਉਹ ਆਪਣੇ ਆਈਡੀਆ ਤੇ ਕੰਮ ਕਰੇਗਾ ਤਾਂ ਫਿਰ ਸਾਨੂੰ ਇੰਸਟਰਕਸ਼ਨਲ ਸਟ੍ਰੈਟਜੀ ਵੀ ਉਸ ਤੇ ਚੇਂਜ ਕਰਨੀ ਪਏਗੀ। ਹੁਣ ਇੱਕ ਬੱਚਾ ਉਸੇ ਫਿਲਮ ਦੇ ਵਿੱਚ ਅਸੀਂ ਦੇਖਦੇ ਹਾਂ ਸੁਸਾਈਡ ਕਮਿਟ ਕਰਦਾ ਹੈ। ਕਾਰਨ ਕੀ ਹੈ ਕਿ ਉਹ ਇੱਕ ਇਨੋਵੇਟਿਵ ਆਈਡੀਆ ਤੇ ਆਪਣੀ ਪੇਜ ਤੇ ਆਪਣੇ ਥਾਟ ਨਾਲ ਕੰਮ ਕਰ ਰਿਹਾ। ਹੀ ਟ੍ਰਾਈਂਗ ਟੂ ਡਿਜ਼ਾਈਨ ਡਰੋਨ। ਤਾਂ ਉਹ ਇਨੋਵੇਟਿਵ ਆਈਡੀਆ ਹੈ, ਉਹ ਫਸਟ ਟਾਈਮ ਆਈਡੀਆ ਤੇ ਕੰਮ ਕਰ ਰਿਹਾ ਔਰ ਉਹ ਟਾਈਮ ਲਏਗਾ। ਉਹ ਸਟੀਰੀਓਟਾਈਪ ਤੇ ਕੰਮ ਨਹੀਂ ਕਰ ਰਿਹਾ ਕਿ ਕਾਪੀ ਕੱਟ ਪੇਸਟ ਕਰੇਗਾ। ਉਹ ਆਪਣੇ ਡਾਇਰੈਕਟਰ ਕੋਲ ਜਾਂਦਾ, ਡਾਇਰੈਕਟਰ ਨੂੰ ਕਹਿੰਦਾ ਕਿ ਜੇ ਤੁਸੀਂ ਕਨਵੋਕੇਸ਼ਨ ਦਾ ਟਾਈਮ 2 ਵੀਕ ਅੱਗੇ ਕਰ ਦਿਓ ਤਾਂ ਆਈ ਐਮ ਨੀਅਰ ਟੂ ਫਿਨਿਸ਼ ਮਾਈ ਪ੍ਰੋਜੈਕਟ। ਉਹ ਕਹਿੰਦਾ ਨਹੀਂ, ਇਸ ਤਰ੍ਹਾਂ ਜੇਕਰ ਉਸਨੂੰ ਟਾਈਮ ਅਲਾਉ ਨਹੀਂ ਕਰਦਾ ਤਾਂ ਉਹ ਆਪਣਾ ਪ੍ਰੋਜੈਕਟ ਨਹੀਂ ਕਰ ਪਾ ਰਿਹਾ। ਤਾਂ ਉਸ ਫਰਸਟ੍ਰੇਸ਼ਨ 'ਚ ਸੁਸਾਈਡ ਕਮਿਟ ਕਰ ਲੈਂਦਾ। ਤੁਸੀਂ ਸਮਝਦੇ ਹੋ ਕਿ ਇੰਸਟਰਕਸ਼ਨਲ ਡਿਜ਼ਾਈਨ 'ਚ ਫਲੈਕਸੀਬਿਲਿਟੀ ਨਹੀਂ ਆਈ, ਉਹਨਾਂ ਨੇ ਟਾਈਮ ਨਹੀਂ ਦਿੱਤਾ, ਤਾਂ ਬੱਚੇ ਦੀ ਲਰਨਿੰਗ ਜਿਹੜੀ ਹੈ ਉਹ ਅਫੈਕਟ ਹੋ ਗਈ ਔਰ ਬੱਚਾ ਡਿਪਰੈਸ਼ਨ 'ਚ ਜਾ ਕੇ ਸੁਸਾਈਡ ਕਮਿਟ ਕਰ ਲੈਂਦਾ। ਸਾਨੂੰ ਰਿਲੇਸ਼ਨ ਨੂੰ ਬਦਲਣਾ ਪਏਗਾ। ਇਵੇਂ ਹੀ ਉਹ ਬੜੇ ਸਾਰੇ ਜਦੋਂ ਸਜੇਰੀਅਨ ਪਿੱਛੇ ਜਾ ਕੇ ਉਹ ਜਿਹੜਾ ਹੈ ਡਿਲੀਵਰੀ ਕਰਾਉਂਦੇ ਆ ਉਸ ਟਾਈਮ ਦੇ ਉੱਪਰ ਉਹ ਦੇਖਦੇ ਆ ਅਸੀਂ ਕਿੰਨੇ ਸਾਰੇ ਇਨੋਵੇਟਿਵ ਆਈਡੀਆ ਤੇ ਉਹ ਕੰਮ ਕਰ ਰਹੇ ਹੁੰਦੇ ਆ। ਕਿਤੇ ਉਹ ਇਨਵਰਟਰ ਬਣਾਉਂਦੇ ਆ ਜਿਹਨੂੰ ਉਹਨਾਂ ਨੇ ਵਾਇਰਸ ਨਾਮ ਰੱਖਿਆ ਹੈ ਜਾਂ ਕੁਛ ਹੋਰ, ਜਾਂ ਉਹ ਵੈਕਿਊਮ ਪਾਈਪ ਤੋਂ ਕਿਵੇਂ ਡਿਵੈਲਪ ਕਰਦੇ ਆ। ਤਾਂ ਲਰਨਿੰਗ ਪਾਥ ਆਪਣੇ ਢੰਗ ਨਾਲ ਬਦਲੇਗਾ। ਕੀ ਅਸੀਂ ਉਹ ਐਕਸਪੈਰੀਮੈਂਟ ਲਈ ਜਗ੍ਹਾ ਦਿੰਦੇ ਆ, ਜਾਂ ਜਦੋਂ ਤੁਸੀਂ ਟੇਲ ਐਂਡ ਤੇ ਜਾ ਕੇ ਤੁਸੀਂ ਉਸ ਵੀਡੀਓ ਦੇਖਦੇ ਹੋ ਤਾਂ ਉਹ ਬੱਚੇ ਜਿਹੜੇ ਹੈ ਇੱਕ ਸਕੂਲ 'ਚ ਕੰਮ ਕਰ ਰਹੇ ਆ, ਕੋਈ ਉਹ ਸ਼ੀਪਸ ਦੇ ਹੇਅਰ ਕਟਿੰਗ ਦੀ ਮਸ਼ੀਨ ਸਾਈਕਲ ਨਾਲ ਚਲਾ ਰਿਹਾ ਹੈ, ਕੋਈ ਫਲੋਰ ਜਿਹੜਾ ਹੈ ਆਟਾ ਵੀਟ ਨੂੰ ਜਿਹੜਾ ਹੈ ਗ੍ਰਿੰਡ ਕਰਕੇ ਫਲੋਰ ਬਣਾ ਰਿਹਾ ਸਾਈਕਲ ਦੇ ਉੱਪਰ। ਤਾਂ ਉਹ ਇਨੋਵੇਟਿਵ ਆਈਡੀਆਜ਼ ਤੇ ਕੰਮ ਕਰ ਰਹੇ ਆ। ਤਾਂ ਲਰਨਿੰਗ ਐਵੇਂ ਹੋਏਗੀ ਜਦੋਂ ਬੱਚਾ ਇਨਵੋਲਵ ਹੋਏਗਾ। ਤਾਂ ਕੀ ਅਸੀਂ ਉਹ ਆਇਡੈਂਟੀਫਾਈ ਕਰ ਪਾ ਰਹੇ ਹਾਂ, ਕੀ ਅਸੀਂ ਸਟ੍ਰੈਟਜੀ ਨੂੰ ਉਵੇਂ ਚੇਂਜ ਕਰ ਪਾ ਰਹੇ ਹਾਂ। ਤਾਂ ਇਸ ਲਈ ਵੀ ਉਹ ਕਹਿੰਦੇ ਅਸੀਂ
ਇਹ ਐਨਾਲਿਸਿਸ ਕਰਨਾ ਹੈ। ਫਿਰ ਅਗਲੀ ਗੱਲ ਉਹ ਕਹਿੰਦੇ ਆ ਕਿ ਅਸੈਸਮੈਂਟ ਟੂ ਸਟਰਕਚਰਿੰਗ ਆਰਗੇਨਾਈਜ਼ਿੰਗ ਦਾ ਐਂਡ ਦਾ ਸੀਕੁਐਂਸਿੰਗ ਦਾ ਇਨਫੋਰਮੇਸ਼ਨ ਟੂ ਫੈਸਿਲਿਟੇਟ ਆਪਟੀਮਮ ਪ੍ਰੋਸੈਸਿੰਗ। ਉਹ ਕਹਿੰਦੇ ਆ ਕਿ ਅਸੈਸਮੈਂਟ ਜਿਹੜੀ ਹੈ ਇਹ ਕਹਿੰਦੀ ਹੈ ਕਿ ਸਾਨੂੰ ਸਟਰਕਚਰ ਕਰਨਾ ਪਏਗਾ, ਸਾਨੂੰ ਇਸ ਤਰ੍ਹਾਂ ਆਰਗੇਨਾਈਜ਼ ਕਰਨੀ ਪਏਗੀ, ਇਸ ਤਰ੍ਹਾਂ ਸੀਕੁਐਂਸ ਦੇਣੀ ਪਏਗੀ ਤਾਂ ਕਿ ਜਿਹੜੀਆਂ ਬੱਚਾ ਹੈ ਉਸ ਨੂੰ ਕਲੈਰਿਟੀ ਹੋਵੇ ਤੇ ਉਹ ਆਪਣੇ ਬ੍ਰੇਨ ਨੂੰ ਆਪਟੀਮਮ ਪ੍ਰੋਸੈਸ ਕਰ ਸਕੇ। ਠੀਕ ਹੈ, ਇਨਫੋਰਮੇਸ਼ਨ ਨੂੰ ਜਿਹੜੀ ਕਿ ਲਰਨਿੰਗ ਨੂੰ ਪੋਸੀਬਲ ਬਣਾਉਂਦੀ ਹੈ, ਲਰਨਿੰਗ ਨੂੰ ਹੋਰ ਬੈਟਰ ਕਰਦੀ ਹੈ। ਜਿਵੇਂ ਅਸੀਂ ਰਿਊਬਰਿਕ ਦੀ ਗੱਲ ਕੀਤੀ ਕਿ ਰਿਊਬਰਿਕ 'ਚ ਤੁਸੀਂ ਅਸਾਈਨਮੈਂਟ ਹੀ ਸਬਮਿਟ ਨਹੀਂ ਕਰਾਉਣੀ, ਅਸੀਂ ਅਸਾਈਨਮੈਂਟ ਦੇ ਨਾਲ ਨਾਲ ਤੁਹਾਡੀ ਹੈਂਡਰਾਈਟਿੰਗ ਨੂੰ ਵੀ ਚੈੱਕ ਕਰਨ ਵਾਲੇ ਹਾਂ। ਇਹਦਾ ਮਤਲਬ ਹੈ ਸਟਰਕਚਰ ਦੇ ਦਿੱਤਾ ਗਿਆ, ਸਟਰਕਚਰ ਦੇ ਵਿੱਚ ਇੰਡੀਕੇਟਰ ਦੱਸ ਦਿੱਤੇ ਗਏ, ਬੱਚਾ ਉਹਨਾਂ ਇੰਡੀਕੇਟਰ ਤੇ ਆਪਣੇ ਪ੍ਰੋਡਕਟ ਨੂੰ ਆਰਗੇਨਾਈਜ਼ ਕਰਨ ਦੇ ਲਈ ਆਪਣੀਆਂ ਸਾਰੀਆਂ ਸਕਿੱਲ ਰਿਫਾਈਨ ਕਰੇਗਾ। ਉਹ ਗ੍ਰਾਫਿਕਲ ਪ੍ਰੈਜੈਂਟੇਸ਼ਨ ਤੇ ਗ੍ਰਾਫ ਸਿੱਖੇਗਾ, ਉਹ ਹੈਂਡਰਾਈਟਿੰਗ ਤੇ ਹੈਂਡਰਾਈਟਿੰਗ ਕਰਸਿਵ ਸਟਾਈਲ ਸਿੱਖੇਗਾ। ਠੀਕ ਹੈ, ਉਹ ਆਪਣੇ ਜਿਹੜੇ ਹੈ ਰੈਫਰੈਂਸ ਸੋਰਸਿਸ ਨੂੰ ਇੰਪਰੂਵ ਕਰਨ ਲਈ ਨੈਟ ਨੂੰ ਯੂਜ਼ ਕਰਨਾ ਔਰ ਬੈਟਰ ਜਿਹੜੇ ਹੈ ਵੈਬਸਾਈਟਸ ਜਾਂ ਰਿਸੋਰਸਿਸ ਜਿਹੜੇ ਨੇ ਉਹਨਾਂ ਨੂੰ ਐਕਸਪਲੋਰ ਕਰਨਾ ਸਿੱਖੇਗਾ। ਤਾਂ ਇਹਦਾ ਮਤਲਬ ਹੈ ਹੌਲੀ ਹੌਲੀ ਜਿਹੜਾ ਹੈ ਆਪਣੇ ਆਪ ਨੂੰ ਪ੍ਰੋਸੈਸਿੰਗ ਇਨਫੋਰਮੇਸ਼ਨ ਪ੍ਰੋਸੈਸਿੰਗ 'ਚ ਪਾ ਕੇ ਆਪਟੀਮਮ ਕਰ ਪਾਏਗਾ ਤਾਂ ਕਿ ਉਹਦੀ ਬੈਟਰ ਜਿਹੜੇ ਕਿ ਕ੍ਰੀਏਸ਼ਨ ਆਫ ਲਰਨਿੰਗ ਐਨਵਾਇਰਨਮੈਂਟ। ਤਾਂ ਸਾਨੂੰ ਕੰਸਟਰਕਟਿਵਿਸਟ ਇਹ ਕਹਿੰਦੇ ਆ, ਕੰਸਟਰਕਟਿਵਿਸਟ ਜਿਹੜੇ ਸਕੂਲ ਦੀ ਗੱਲ ਕਰਦੇ ਆ ਉਹ ਸਕੂਲ ਸਾਨੂੰ 3 ਇਡੀਅਟਸ ਮਿਲਦਾ ਹੈ। ਤਾਂ ਕੰਸਟਰਕਟਿਵਿਸਟ ਜਿਹੜੇ ਸਕੂਲ ਦੀ ਗੱਲ ਕਰਦੇ ਆ ਉਹ ਸਕੂਲ ਸਾਨੂੰ 3 ਇਡੀਅਟਸ ਮਿਲਦਾ ਹੈ ਔਰ ਅਸੀਂ ਉੱਥੇ ਜਿਹੜੀਆਂ ਦੇਖਦੇ ਹਾਂ ਕਿ ਬੱਚੇ ਨੂੰ ਜੋ ਸਿਖਾਇਆ ਜਾਂਦਾ ਉਹ ਇਮੀਡੀਏਟਲੀ ਉਸ ਨੂੰ ਅਪਲਾਈ ਕਰਨਾ ਸਿੱਖਦਾ ਹੈ। ਤੇ ਜਿੱਥੇ ਅਸੀਂ ਇਹ ਇਨਕਰੇਜ ਕਰ ਸਕੀਏ ਸਟੂਡੈਂਟਸ ਨੂੰ ਜਾਂ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਪੋਸੀਬਲ ਹੋਵੇ ਕਿ ਜੋ ਉਸਨੇ ਪਿੱਛੇ ਸਿੱਖਿਆ ਸੀ ਉਸ ਨੂੰ ਅਪਲਾਈ ਕਰ ਸਕੇ, ਤਾਂ ਫਿਰ ਅਸੀਂ ਜਿਹੜਾ ਹੈ ਇਸ ਨੂੰ ਜਿਹੜਾ ਹੈ ਕੰਸਟਰਕਟਿਵਿਸਟ ਅਸੈਸਮੈਂਟ ਅਪਰੋਚ ਨਾਲ ਜੋੜ ਸਕਦੇ ਹਾਂ। ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਉਹ ਰੈਗਿੰਗ ਕਰਨਾ ਸ਼ੁਰੂ ਕਰਦੇ ਆ ਤਾਂ ਉਸ ਟਾਈਮ ਦੇ ਉੱਪਰ ਉਹ ਕੋਈ ਜਿਹੜਾ ਹੈ ਕੈਮਿਸਟਰੀ ਦਾ ਜਿਹੜਾ ਕੋਈ ਕੈਮੀਕਲ ਰਿਐਕਸ਼ਨ ਦਾ ਫਾਰਮੂਲਾ ਹੈ ਉਸ ਦੇ ਥਰੂ ਉਹ ਕੋਈ ਇਸ ਤਰ੍ਹਾਂ ਦਾ ਪ੍ਰੋਡਕਟ ਬਣਾਉਂਦਾ ਕਿ ਉਹਦੇ ਨਾਲ ਜਿਹੜਾ ਹੈ ਉਸ ਨੂੰ ਉਹ ਯੂਜ਼ ਕਰ ਸਕਦਾ ਉਹ ਮਟੀਰੀਅਲ ਨੂੰ। ਸਿਮਿਲਰ ਇਜ਼ ਹੈਪਨਿੰਗ ਐਟ ਦਾ ਟੇਲ ਐਂਡ ਆਫ ਦਿਸ ਵੀਡੀਓ। ਫਿਰ ਅਖੀਰ ਤੇ ਜਾ ਕੇ ਦੇਖਦੇ ਆ ਫਿਰ ਉਹ ਬੱਚੇ ਰਿਪੀਟ ਕਰਦੇ ਆ ਤੇ ਇਹਦਾ ਮਤਲਬ ਜੋ ਪ੍ਰੀਵੀਅਸਲੀ ਉਸਨੇ ਲਰਨ ਕੀਤਾ ਹੈ ਉਸ ਨੂੰ ਯੂਜ਼ ਕਰਨਾ, ਉਸ ਦੀ ਸਕਿੱਲ ਜਿਹੜੀ ਹੈ ਉਹ ਕਿਵੇਂ ਸਿੱਖਣੀ ਹੈ। ਜਦੋਂ ਉਹ ਕਹਿੰਦਾ ਕਿ ਡਿਲੀਵਰੀ ਕਰਵਾਉਣ ਦੇ ਟਾਈਮ ਉਹ ਕਹਿੰਦੇ ਆ ਕਿ ਇਸ ਨੂੰ ਵੈਕਿਊਮ ਪੰਪ ਨਾਲ ਜਿਹੜਾ ਹੈ ਪ੍ਰੈਸ਼ਰ ਦੇਣਾ ਪਏਗਾ, ਤਾਂ ਉਹ ਇਮੀਡੀਏਟ ਉਹ ਪ੍ਰੀਵੀਅਸ ਸਿੱਖਿਆ ਹੋਇਆ ਸਾਰਾ ਮਟੀਰੀਅਲ ਯੂਜ਼ ਕਰਦੇ ਆ, ਉਹ ਆਪਣੀਆਂ ਪ੍ਰੀ ਰੈਕੁਇਜ਼ਿਟ ਸਕਿੱਲ ਜਿਹੜੀਆਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਦੇ ਆ ਤੇ ਜਿਹੜਾ ਵੈਕਿਊਮ ਕਲੀਨਰ ਤੋਂ ਹੀ ਜਿਹੜਾ ਹੈ ਉਹ ਪੰਪ ਬਣਾ ਲੈਂਦੇ ਆ, ਜਿਹੜਾ ਸਕਸ਼ਨ ਪੰਪ ਜਿਹੜਾ ਇੰਨੀ ਕੁ ਘੱਟ ਪ੍ਰੈਸ਼ਰ ਨਾਲ ਕੰਮ ਕਰਦਾ ਕਿ ਉਹ ਪਰਪਸ ਸੋਲਵ ਕਰ ਦਿੰਦਾ ਹੈ। ਇਹਦਾ ਮਤਲਬ ਹੈ ਯੂਟੀਲਾਈਜੇਸ਼ਨ ਆਫ ਲਰਨਿੰਗ ਜਾਂ ਟ੍ਰਾਂਸਫਰ ਆਫ ਲਰਨਿੰਗ। ਕੁਝ ਸਿੱਖਿਆ ਸੀ ਕਿੱਥੇ ਯੂਜ਼ ਕੀਤਾ, ਉਸ ਨੂੰ ਕਿਵੇਂ ਯੂਟੀਲਾਈਜ਼ ਕੀਤਾ ਔਰ ਇਹ ਇਸ ਤਰ੍ਹਾਂ ਦੀ এনवायरमेंट ਕ੍ਰੀਏਟ ਕਰਨ ਦੀ ਗੱਲ ਹੋ ਰਹੀ ਹੈ ਕਿ ਲਰਨਿੰਗ ਅਸੀਂ ਇਸ ਤਰ੍ਹਾਂ ਅਸੈਸਮੈਂਟ ਕਰੀਏ ਕਿ ਬੱਚੇ ਨੂੰ ਮੋਟੀਵੇਸ਼ਨ ਮਿਲੇ ਕਿ ਉਹ ਆਪਣੇ ਜਿਹੜਾ ਹੈ ਕਿਸੇ ਵੀ ਪਾਥ ਤੇ ਜਾ ਕੇ ਇਨੋਵੇਟਿਵ ਕ੍ਰੀਏਟ ਕਰੇ ਔਰ ਉਸ ਦੀ ਵੈਲਿਊ ਹੋਵੇ, ਨਾ ਕਿ ਉਸਨੇ ਉਹਦੇ 'ਚ ਲਿਖ ਕੇ ਦਿੱਤਾ। ਜਿਵੇਂ ਇਸ ਤਰ੍ਹਾਂ ਦੇ এনवायरमेंट 'ਚ ਆਵੇ ਜਿਹੜਾ ਕ੍ਰੀਏਸ਼ਨ ਨੂੰ ਹੈਲਪ ਕਰਦਾ ਹੈ ਇੰਸਟੈਡ ਕਿ ਉਹ ਕ੍ਰੈਮਿੰਗ ਤੇ ਜ਼ੋਰ ਦੇਵੇ। ਤਾਂ ਅਸੀਂ ਕ੍ਰੀਏਸ਼ਨ ਨੂੰ ਰੈਕਗਨਾਈਜ਼ ਕਰਨਾ ਹੈ ਅਸੈਸਮੈਂਟ 'ਚ, ਇਹ ਵੀ ਇੱਕ ਜਿਹੜਾ ਪਰਪਸ ਹੈ। ਅਗਲੀ ਗੱਲ ਹੈ ਕਿ ਉਹ ਕਹਿੰਦੇ ਸਟਰਕਚਰਲ ਇੰਸਟਰਕਸ਼ਨਲ ਸਟ੍ਰੈਟਜੀ। ਇਹ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਆਪਾਂ, ਇਸ ਨੂੰ ਦੁਬਾਰਾ ਕਰਨ ਦੀ ਏਡੀ ਲੋੜ ਨਹੀਂ ਹੈ ਕਿ ਪਰਪਸ ਹੀ ਇਹ ਰਹਿੰਦਾ ਹੈ ਕਿ ਅਸੀਂ ਨੌਲੇਜ ਨੂੰ ਮੀਨਿੰਗਫੁਲ ਬਣਾਈਏ, ਜਿਹੜੀ ਲੋਕਾਂ ਨੂੰ ਸਮਝ ਆਵੇ, ਜਿਸ ਨੂੰ ਉਹ ਪ੍ਰੋਸੈਸ ਕਰ ਸਕਣ, ਜਿਸ ਨੂੰ ਰੱਟਾ ਨਾ ਲਗਾਉਣਾ ਪਵੇ ਔਰ ਜਿਹੜੀ ਮੈਮਰੀ ਦਾ ਪਾਰਟ ਬਣੇ। ਤਾਂ ਉਹ ਜਦੋਂ ਗੱਲ ਕਰਦਾ ਹੈ ਕਿ ਉਹ ਜਦੋਂ ਮਸ਼ੀਨ ਵਾਲੀ ਗੱਲ ਕਰਦਾ ਤਾਂ ਉਹ ਕਹਿੰਦਾ ਕਿ ਤੁਸੀਂ ਇਸ ਨੂੰ ਸਿੰਪਲ ਵੇ ਨਾਲ ਨਹੀਂ ਦੱਸ ਸਕਦੇ ਜਿਹੜੀ ਸਮਝ ਆ ਜਾਵੇ ਕਿ ਇਹੀ ਉਹੀ ਗੱਲ ਕਿ ਜੀ ਮਸ਼ੀਨ ਕੀ ਹੈ। ਉਹ ਕਹਿੰਦਾ ਮਸ਼ੀਨ ਇਜ਼ ਅ ਟੂਲ ਵਿਚ ਰਿਡਿਊਸ ਦਾ ਐਫਰਟਸ ਆਫ ਦਾ ਹਿਊਮਨ ਬੀਇੰਗ। ਤਾਂ ਉਹ ਕਹਿੰਦਾ ਕੋਈ ਗਿਵ ਮੀ ਐਗਜ਼ਾਮਪਲ, ਤਾਂ ਉਹ ਕਹਿੰਦਾ ਜਿਪ।
ਹਨਾ। ਹੁਣ ਨੈਚੁਰਲ ਹੈ, ਜਿਪ ਮਸ਼ੀਨ ਹੈ ਜਿਹੜੀ ਕੰਮ ਕਰ ਰਹੀ ਹੈ, ਜਿਹਦੇ 'ਚ ਲੀਵਰ ਹੈ, ਜਿਹਦੇ 'ਚ ਫੋਰਸ ਲੱਗਦੀ ਹੈ, ਜਿਹੜੀ ਐਫਰਟਸ ਨੂੰ ਘੱਟ ਕਰ ਰਹੀ ਹੈ, ਤਾਂ ਅਸੈਂਸ ਜੇ ਸਮਝਾ ਸਕਦੇ ਹਾਂ ਤਾਂ ਕੀ ਅਸੀਂ ਉਹ ਮੀਨਿੰਗਫੁਲ ਲਰਨਿੰਗ ਬਣਾ ਪਾ ਰਹੇ ਹਾਂ ਕਿ ਜਾਂ ਫਿਰ ਅਸੀਂ ਉਹੀ ਰੱਟੂ ਤੋਤੇ ਬਣਾਉਣੇ ਨੇ। ਤਾਂ ਇੰਸਟਰਕਸ਼ਨਲ ਸਟ੍ਰੈਟਜੀ ਨੂੰ ਸਾਨੂੰ ਬਦਲਣਾ ਪੈਂਦਾ ਹੈ ਕਿ ਮੈਂ ਇੱਕ ਸ਼ਬਦ ਲਿਖ ਰਿਹਾ ਹਾਂ ਬੋਰਡ ਦੇ ਉੱਪਰ, 30 ਸਕਿੰਟ ਨੇ ਤੁਹਾਡੇ ਕੋਲ, ਤੁਸੀਂ ਲੱਭ ਕੇ ਦੱਸੋ ਇਹਦਾ ਮੀਨਿੰਗ ਕੀ ਹੈ। ਤਾਂ ਉਹ ਉੱਥੇ ਉਹ ਇੰਸਟਰਕਸ਼ਨਲ ਡਿਜ਼ਾਈਨ ਦੀ ਗੱਲ ਕਰਦਾ ਹੈ। ਤਾਂ ਉਹ ਕਹਿੰਦਾ ਕਿ ਕਲਾਸ 'ਚ ਆਉਂਦਿਆਂ ਤੁਹਾਨੂੰ ਇਹ ਲੱਗਦਾ ਕਿ ਕੁਝ ਨਵਾਂ ਸਿੱਖਾਂਗੇ, ਜਾਂ ਕੀ ਕਲਾਸ ਓਵਰ ਹੋਣ ਤੇ ਤੁਹਾਨੂੰ ਇਹ ਸੰਤੁਸ਼ਟੀ ਹੁੰਦੀ ਹੈ ਕਿ ਅੱਜ ਕੁਝ ਨਵਾਂ ਸਿੱਖਿਆ। ਜੇਕਰ ਨਹੀਂ ਹੁੰਦੀ ਤਾਂ ਕਹਿੰਦਾ ਫਿਰ ਉਸ ਤਰ੍ਹਾਂ ਦੇ ਪੜ੍ਹਾਉਣ ਦਾ ਕੋਈ ਏਮ ਨਹੀਂ ਹੈ। ਤਾਂ ਉਹ ਕਹਿੰਦਾ ਕਿ ਇਸ ਨੂੰ ਥੋੜਾ ਮਤਲਬ ਕ੍ਰੀਏਸ਼ਨਲ ਬਣਾਉਣਾ ਪਏਗਾ, ਇਸ ਨੂੰ ਥੋੜਾ ਹੋਰ ਸ਼ਿਫਟ ਚੇਂਜ ਦੇਣਾ ਪਏਗਾ, ਜਿਹੜਾ ਚੈਲੰਜਿੰਗ ਵੀ ਹੋਵੇ ਤੇ ਜਿਹੜਾ ਲਰਨਿੰਗ ਨੂੰ, ਐਕਸਪੀਰੀਅੰਸ ਨੂੰ ਹੋਰ ਬੈਟਰ ਜਾਂ ਸਮੂਥ ਵੀ ਕਰੇ। ਤਾਂ ਇਸ ਲਈ ਉਹ ਕਹਿੰਦੇ ਆ ਕਿ ਸਾਨੂੰ ਸਟ੍ਰੈਟਜੀ ਚੇਂਜ ਕਰਨੀਆਂ ਨੇ। ਫਿਰ ਅਗਲੀ ਗੱਲ ਉਹ ਕਹਿੰਦੇ ਆ ਕਿ ਪ੍ਰੋਬਲਮ ਸੋਲਵਿੰਗ ਸਕਿੱਲ। ਉਹ ਕਹਿੰਦੇ ਕੰਸਟਰਕਟਿਵਿਸਟ ਕਿਤਾਬਾਂ ਦੀ ਨੌਲੇਜ ਚੈੱਕ ਨਹੀਂ ਕਰਦੇ, ਬਿਯੋਂਡ ਦਾ ਇਨਫੋਰਮੇਸ਼ਨ ਗਿਵਨ ਇਨ ਦਾ ਬੁੱਕ। ਤਾਂ ਕੰਸਟਰਕਟਿਵਿਸਟ ਦੇ ਵਿੱਚ ਅਸੀਂ ਉਸ ਤਰ੍ਹਾਂ ਦੀ ਪ੍ਰੋਬਲਮ ਸੋਲਵਿੰਗ ਸਕਿੱਲ ਨੂੰ ਇਵੈਲੂਏਟ ਕਰ ਪਾਉਂਦੇ ਹਾਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਓਪਨ ਬੁੱਕ ਜਿਹੜਾ ਹੈ ਪੈਟਰਨ। ਤੁਹਾਨੂੰ ਤਾਂ ਇਹ ਕਹਿ ਦਿੱਤਾ ਗਿਆ ਕਿ ਓਪਨ ਬੁੱਕ ਪੈਟਰਨ ਤੇ ਕਰੋ, ਤੇ ਤੁਸੀਂ ਤੁਹਾਨੂੰ ਕੁਐਸਚਨ ਜਿਹੜੇ ਨੇ ਉਹ ਸਿੰਪਲ ਪਹਿਲਾਂ ਵਾਲੇ ਦਿੱਤੇ ਗਏ ਆ। ਜਿਵੇਂ ਜਨਰਲ ਕੁਐਸਚਨ ਹੁੰਦਾ ਵਾਟ ਇਜ਼ ਅਸੈਸਮੈਂਟ, ਤਾਂ ਪਹਿਲੇ ਪੇਜ ਤੇ ਹੋਏਗਾ, ਬੁੱਕ ਜੋ ਵੀ ਆਥਰ ਲਿਖੇਗਾ ਪਹਿਲੇ ਪੇਜ ਤੇ ਲਿਖੇਗਾ। ਜਾਂ ਇੱਕ ਕੁਐਸਚਨ ਆ ਜਾਏ ਵਾਟ ਇਜ਼ ਡਿਫਰੈਂਸ ਬਿਟਵੀਨ ਅਸੈਸਮੈਂਟ ਫਾਰ ਐਂਡ ਆਫ ਲਰਨ, ਤਾਂ ਉਹ ਪਹਿਲੇ ਪੇਜ ਤੇ ਹੋਏਗਾ, ਉਹ ਤੁਸੀਂ ਉੱਥੋਂ ਦੇਖਿਆ ਤੇ ਕਾਪੀ ਕਰ ਲਿਆ। ਪਰ ਕੀ ਕੋਈ ਇਸ ਤਰ੍ਹਾਂ ਦੀ ਗੱਲ ਸੀ ਜਿਹੜੀ ਉਹ ਪ੍ਰੀ ਰੈਜ਼ੋਲੂਸ਼ਨ ਸ਼ਬਦ ਲਿਖਦਾ ਹੈ ਤਾਂ ਕਹਿੰਦਾ ਲੱਭ ਕੇ ਦਿਖਾਓ? ਕੀ ਇਸ ਤਰ੍ਹਾਂ ਦਾ ਚੈਲੰਜ ਸੀ ਕਿ ਸਾਰੀ ਬੁੱਕ ਪੜ੍ਹਨ ਤੋਂ ਬਾਅਦ ਵੀ ਨਾ ਮਿਲੇ? ਕੀ ਬਿਯੋਂਡ ਦਾ ਇਨਫੋਰਮੇਸ਼ਨ ਕੁਐਸਚਨ ਹੈ? ਮੈਂ ਇੱਕ ਕੁਐਸਚਨ ਕਰਦਾ, ਤੁਹਾਡੇ ਜੋ ਸਾਇੰਸ ਦੇ ਸਟੂਡੈਂਟ ਹੈਗੇ ਆਪਣੇ ਨਾਲ, ਮੈਨੂੰ ਇੱਕ ਬੱਚਾ ਇੱਕ ਕੁਐਸਚਨ ਕਰਦਾ ਹੈ ਕਿ ਚਾਚਾ ਜੀ ਮਾਂ ਦੇ ਮੁੱਛਾਂ ਕਿਉਂ ਨਹੀਂ ਹੁੰਦੀਆਂ? Why there is no more stretches on the faces of mother? कौन जवाब देगा? क्योंकि हॉर्मोन्स पे डिपेंड करता है। ये मेल्स में वो हॉर्मोन्स होते हैं जो रिस्पॉन्सिबल हैं फॉर द मोस्टैचेस एंड बियर्ड। हाँ, ਤਾਂ ਬਿਲਕੁਲ ਸਿੰਪਲ ਇਹਦਾ ਆਨਸਰ ਹੈ। ਤਾਂ ਮੈਨੂੰ ਸੇਮ ਕੁਐਸਚਨ ਹੈ why there is no more stretches on the face of mother? ਤਾਂ ਬਹੁਤ ਸਿੰਪਲ ਗੱਲ ਹੈ। It is related to that Y chromosome, not a hormone. X and Y is a male, and Y chromosome give the identity of the malehood. ਉਹ ਮੇਲਹੁਡ ਹੈ ਜਾਂ ਮੇਲ ਆਰਗਨਸ ਨੇ ਉਹ ਦੇਗਾ। X is a female। ਤਾਂ ਕੀ ਅਸੀਂ ਬਿਯੋਂਡ ਦਾ ਇਨਫੋਰਮੇਸ਼ਨ ਜੋ ਦਿੱਤੀ ਹੋਈ ਇਨਫੋਰਮੇਸ਼ਨ ਕਿਤਾਬਾਂ 'ਚ ਲਿਖੀ ਹੈ, ਕਿਤਾਬਾਂ 'ਚ ਇਸ ਤਰ੍ਹਾਂ ਦੇ ਡਾਇਰੈਕਟ ਕੁਐਸਚਨ ਨਹੀਂ ਦਿੱਤੇ ਹੋਣਗੇ, ਤਾਂ ਕੀ ਉਹਨਾਂ ਦੇ ਆਨਸਰ ਕਰਨ ਦੀ ਐਬਿਲਿਟੀ ਨੂੰ ਚੈੱਕ ਕਰ ਪਾ ਰਹੇ ਹਾਂ? ਕਿ ਉਹ ਪ੍ਰੋਬਲਮ ਸੋਲਵਿੰਗ ਐਬਿਲਿਟੀ ਹੈ, ਉਹ ਸਕਿੱਲ ਨੂੰ ਅਸੀਂ ਇਵੈਲੂਏਟ ਕਰ ਪਾ ਰਹੇ ਹਾਂ? ਤਾਂ ਕੰਸਟਰਕਟਿਵਿਸਟ ਕਹਿੰਦੇ ਆ ਕਿ ਏਮ ਇਸ ਤਰ੍ਹਾਂ ਦਾ ਪੈਟਰਨ ਡਿਵੈਲਪ ਕਰਨ ਤੇ ਹੈ ਜਿਹੜਾ ਬੱਚੇ 'ਚ ਬਿਯੋਂਡ ਦਾ ਗਿਵਨ ਇਨਫੋਰਮੇਸ਼ਨ ਐਬਿਲਿਟੀ ਨੂੰ ਵੀ ਚੈੱਕ ਕਰ ਪਾਵੇ ਕਿ ਕੀ ਉਹ ਬੱਚਾ ਜੋ ਉਸ ਨੂੰ ਪੜ੍ਹਾਇਆ ਗਿਆ ਕਿ ਉਸ ਤੋਂ ਅੱਗੇ ਵੀ ਜਾਣਦਾ ਹੈ ਕਿ ਨਹੀਂ ਜਾਣਦਾ। ਠੀਕ ਹੈ, ਤਾਂ ਇਹ ਇਸ ਤਰ੍ਹਾਂ ਦੇ ਕੁਐਸਚਨ ਦੀ ਗੱਲ ਹੈ। ਜਿਵੇਂ ਗੁਰੂ ਨਾਨਕ ਦੀ ਗੱਲ ਹੈ, ਜਦੋਂ ਕਹਿੰਦੇ ਕਿ ਗੁਰੂ ਨਾਨਕ ਨੂੰ ਪੰਡਿਤ ਪੁੱਛਦਾ ਹੈ ਤਾਂ ਉਹ ਸਾਰੇ ਆਨਸਰ ਦਿੰਦਾ ਹੈ ਤੇ ਉਸ ਤੋਂ ਅੱਗੇ ਕੁਐਸਚਨ ਪੁੱਛਦਾ ਹੈ ਜਿਹਦੇ ਆਨਸਰ ਪੰਡਿਤ ਕੋਲ ਨਹੀਂ ਹੈ, ਕਰ ਲੈਂਦੇ ਆ। ਸਟੀਵ ਜੌਬਸ ਨੂੰ ਜਦੋਂ ਪੜ੍ਹਨ ਜਾਂਦਾ ਹੈ ਸਕੂਲ 'ਚ ਤਾਂ ਉਹ ਇਸ ਤਰ੍ਹਾਂ ਦੇ ਕੁਐਸਚਨ ਕਰਦਾ ਹੈ ਜਿਨ੍ਹਾਂ ਦਾ ਜਿਹੜੇ ਸਿਲੇਬਸ ਦਾ ਪਾਰਟ ਨਹੀਂ ਹੈ। ਟੀਚਰ ਬੜਾ ਉਸ ਤੋਂ ਵਰੀ ਹੈ, ਉਹ ਬੜਾ ਦੁਖੀ ਵੀ ਹੈ, ਉਹ ਕਹਿੰਦਾ ਕਿ ਬਹੁਤ ਤੰਗ ਕਰਦਾ ਬੱਚਾ। ਉਹ ਪ੍ਰਿੰਸੀਪਲ ਨੂੰ ਕੰਪਲੇਂਟ ਕਰਦਾ ਹੈ, ਪ੍ਰਿੰਸੀਪਲ ਉਸ ਨੂੰ ਡ੍ਰੌਪ ਕਰ ਦਿੰਦਾ ਹੈ ਕਿ ਤੁਹਾਡਾ ਬੱਚਾ ਜਿਹੜਾ ਹੈ ਨੋਟੋਰੀਅਸ ਹੈ, ਹਾਂ ਇਹ ਸਾਡੇ ਸਕੂਲ 'ਚ ਫਿੱਟ ਨਹੀਂ ਆਏਗਾ, ਤੁਸੀਂ ਇਸ ਨੂੰ ਕਿਤੇ ਹੋਰ ਲੈ ਜਾਓ। ਸਿਮਿਲਰ ਇਜ਼ ਹੈਪਨਿੰਗ ਵਿਦ ਦੈਟ ਆਇਨਸਟਾਈਨ ਨੂੰ ਸਕੂਲ ਡ੍ਰੌਪ ਆਊਟ ਕਰਾ ਦਿੰਦੀ ਹੈ, ਮਾਂ ਪੜ੍ਹਾਉਂਦੀ ਹੈ, ਔਰ ਉਸ ਤੋਂ ਬਾਅਦ ਤਾਂ ਕੀ ਉਹ ਬਿਯੋਂਡ ਦਾ ਇਨਫੋਰਮੇਸ਼ਨ ਪ੍ਰੋਸੈਸ ਕਰ ਪਾਉਂਦਾ ਕਿ ਨਹੀਂ ਕਰ ਪਾਉਂਦਾ? ਇਹ ਗੱਲ ਹੈ। ਅਗਲੀ ਗੱਲ ਹੈ ਕਿ ਟ੍ਰਾਂਸਫਰ ਆਫ ਨੌਲੇਜ ਐਂਡ ਸਕਿੱਲ, ਜਿਹੜੀ ਮੈਂ ਹੁਣੇ ਪਿੱਛੇ ਗੱਲ ਕਰਕੇ ਆ ਰਿਹਾ ਸੀ। ਅਸੈਸਮੈਂਟ ਇਹ ਫੋਕਸ ਕਰਦਾ ਹੈ ਕਿ ਜੋ ਸਿੱਖਿਆ ਸੀ ਕਿ ਉਸ ਨੂੰ ਪ੍ਰੋਬਲਮ ਸੋਲਵਿੰਗ ਦੇ ਵਿੱਚ ਅਪਲਾਈ ਕਰ ਸਕਦਾ ਕਿ ਨਹੀਂ।
ਉਸ ਵੈਕਿਊਮ ਕਿਵੇਂ ਸਕਸ਼ਨ ਪੰਪ ਕਿਵੇਂ ਬਣੇਗਾ, ਸਿੱਖਿਆ ਕੈਮਿਸਟਰੀ ਦੀ ਕਲਾਸ ਸੀ ਯੂਜ਼ ਡਿਲੀਵਰੀ ਲਈ ਕੀਤਾ ਜਿਹੜਾ ਕਿ ਮੈਡੀਕਲ ਸਾਇੰਸ ਦਾ ਗੈਜਟ ਹੈ। ਕੀ ਇਸ ਤਰ੍ਹਾਂ ਪੋਸੀਬਲ ਹੈ ਕਿ ਉਹ ਇਸ ਤਰ੍ਹਾਂ ਕਰ ਲਵੇਗਾ? ਕੀ ਇਹ ਐਬਿਲਿਟੀ ਪੋਸੀਬਲ ਹੈ? ਲਰਨਿੰਗ ਦੀ ਗੱਲ ਇਹ ਕਹਿੰਦੇ ਆ ਕਿ ਜੋ ਸਿੱਖਿਆ ਕਿ ਉਸ ਸਕਿੱਲ ਨੂੰ ਕਿਸੇ ਰੀਅਲ ਲਾਈਫ ਸਿਚੁਏਸ਼ਨ 'ਚ ਜਿਹੜੀ ਉਹਦੇ ਨਾਲ ਉਹਦੇ ਨਾਲ ਡਾਇਰੈਕਟ ਜੁੜੀ ਹੋਈ ਨਹੀਂ ਹੈ, ਪਰ ਉਹ ਮਤਲਬ ਇੱਕ ਪ੍ਰੋਬਲਮ ਦੇ ਤੌਰ ਤੇ ਆਈ ਤੇ ਅਸੀਂ ਉੱਥੇ ਉਹ ਸਕਿੱਲ ਯੂਜ਼ ਕਰਕੇ ਉਸ ਤੋਂ ਬਾਹਰ ਨਿਕਲ ਸਕਦੇ ਹਾਂ। ਕਿ ਇਸ ਤਰ੍ਹਾਂ ਦੀ ਐਬਿਲਿਟੀ ਨੂੰ ਚੈੱਕ ਕਰ ਸਕਦੇ ਹਾਂ ਅਸੀਂ, ਪ੍ਰੋਬਲਮ ਸੋਲਵਿੰਗ ਐਬਿਲਿਟੀ। ਤਾਂ ਇਹ ਇੱਕ ਜਿਹੜਾ ਹੈ ਇਹਦੇ ਵਿੱਚ ਜੁੜਿਆ ਹੋਇਆ ਐਕਟ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਤਾਂ ਅਸੀਂ ਨੌਲੇਜ ਜਿਹੜੀ ਹੈ ਉਹ ਕਰਦੇ ਹਾਂ। ਫਿਰ ਉਹ ਕਹਿੰਦੇ ਆ ਕਿ ਇੱਕ ਪਰਪਸ ਹੋਰ ਹੈ, ਕੁਆਲਿਟੀ ਕੰਟਰੋਲ, ਸਟੈਂਡਰਡ ਫਾਰਮੇਸ਼ਨ ਐਂਡ ਰਿਵਾਰਡ। ਉਹ ਕਹਿੰਦੇ ਆ ਕਿ ਅਸੈਸਮੈਂਟ ਇਸ ਚੀਜ਼ ਲਈ ਵੀ ਹੋਵੇ ਕਿ ਜਿਹੜੇ ਅਸੈਸਮੈਂਟ ਟੂਲ ਨੇ ਕਿ ਉਹ ਬੱਚੇ ਦੀਆਂ ਕੁਆਲਿਟੀ ਨੂੰ ਠੀਕ ਜੱਜ ਕਰ ਪਾ ਰਹੇ, ਦੇ ਆਰ ਦੇ ਸਟੈਂਡਰਡ, ਦੇ ਹੈਵ ਸਮ ਸਟੈਂਡਰਡ ਆਫ ਬੈਂਚਮਾਰਕ ਕੀ ਉਹਨਾਂ 'ਚ ਹੈ। ਅਗਲੀ ਗੱਲ ਕਿ ਕੀ ਉਹ ਜਿਹੜਾ ਫੋਕਸ ਕੀਤਾ ਸੀ ਕਿ ਬੱਚੇ 'ਚ ਆਹ ਚੈੱਕ ਕਰਨਾ ਕਿ ਉਹ ਉਸ ਨੂੰ ਕਰ ਪਾ ਰਹੇ ਕਿ ਨਹੀਂ ਕਰ ਪਾ ਰਹੇ, ਕਿ ਉਹ ਐਬਿਲਿਟੀਜ਼ ਨੂੰ ਟ੍ਰੇਸ ਕਰ ਪਾ ਲੈਣਗੇ। ਅਗਲੀ ਗੱਲ ਹੈ ਕਿ ਕੀ ਉਹ ਕੁਆਲਿਟੀ ਐਜੂਕੇਸ਼ਨ ਦੇ ਲਈ ਕੋਈ ਹੈਲਪ ਕਰ ਪਾ ਰਹੇ ਹੈ, ਕਿ ਉਹ ਬੱਚੇ ਨੂੰ ਜਿਹਨੂੰ ਰਿਵਾਰਡ ਕਰਨਾ ਹੈ ਕਿ ਉਹ ਟਰੂ ਬਿਹੇਵੀਅਰ ਰਿਵਾਰਡ ਕਰ ਪਾ ਰਹੇ ਆ। ਇਹ ਤਾਂ ਨਹੀਂ ਇੱਕ ਰੱਟਾ ਲਾਉਣ ਵਾਲਾ ਇੱਕ ਜਿਹੜਾ ਹੈ ਉਹ ਡੋਮੀਨੇਟ ਕਰ ਗਿਆ, ਟੌਪਰ ਹੋ ਗਿਆ, ਪਰ ਰੀਅਲ ਉਸਦੀ ਨੌਲੇਜ ਜਿਹੜੀ ਉਹ ਜ਼ੀਰੋ ਹੈ। ਜਾਂ ਕਿ ਉਹ ਮੌਲ ਪ੍ਰੈਕਟਿਸ ਦੇ ਥਰੂ ਉਹ ਮੁੰਨਾ ਭਾਈ MBBS ਦੇਖੀ ਹੈ, ਉਹਦੇ ਵਿੱਚ ਉਹ ਟੌਪ ਕਰ ਜਾਂਦਾ। ਕਿ ਅਸੀਂ ਜਿਹਨੂੰ ਰਿਵਾਰਡ ਕਰ ਰਹੇ ਹਾਂ ਕਿ ਉਹ ਐਕਚੁਅਲੀ ਰਿਵਾਰਡ ਕਰ ਰਹੇ ਹਾਂ, ਕਿ ਉਹ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਜੈਨੂਇਨ ਪ੍ਰੈਕਟਿਸਿਸ ਦੇ ਥਰੂ ਆਇਆ। ਕਿ ਇਹ ਪਾਲਿਸੀ ਮੇਕਰ ਨੂੰ ਕੋਈ ਇਸ ਤਰ੍ਹਾਂ ਦੀ ਅਸਿਸਟੈਂਸ ਵੀ ਦੇ ਪਾ ਰਹੀ ਹੈ ਜਿਹੜੀ ਨਿਊ ਪਾਲਿਸੀ ਫਰੇਮ 'ਚ ਹੈਲਪ ਕਰੇਗਾ। ਕਿ ਅਸੀਂ ਜਿਹੜੀ ਹੁਣ ਨਵੀਂ ਪਾਲਿਸੀ ਲੈ ਕੇ ਆਏ ਹਾਂ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਲਿਬਰੇਟ ਕਰ ਰਹੇ ਹਾਂ, ਅਸੀਂ ਬੱਚੇ ਨੂੰ ਪ੍ਰੈਸ਼ਰ 'ਚੋਂ ਬਾਹਰ ਲੈ ਕੇ ਆ ਰਹੇ ਹਾਂ, ਕਿ ਉਸ ਤਰ੍ਹਾਂ ਦੀ ਪਾਲਿਸੀ ਬਣਾਉਣ 'ਚ ਹੈਲਪ ਕਰ ਪਾ ਰਿਹਾ ਕਿ ਨਹੀਂ ਕਰ ਪਾ ਰਿਹਾ। ਔਰ ਅਗਲੀ ਗੱਲ ਹੈ ਕਿ ਰਿਸੋਰਸ ਜਿਹੜੇ ਨੇ ਪਰਸੋਨਲ ਔਰ ਮਨੀ ਜਿਹੜੇ ਅਸੀਂ ਲਗਾਉਣੇ ਨੇ, ਕਿ ਅਸੀਂ ਜਿਹੜੇ ਟੀਚਰ ਬਣਾ ਰਹੇ ਹਾਂ ਕਿ ਉਨੀ ਸਕਿੱਲ ਨਾਲ ਬਣਾ ਰਹੇ ਹਾਂ ਜਾਂ ਸਾਨੂੰ ਹੋਰ ਜਿਹੜਾ ਹੈ ਬੈਟਰ ਰਿਸੋਰਸਿਸ ਉਹਦੇ ਚ ਲਾਉਣੇ ਪੈਣਗੇ, ਸਾਨੂੰ ਬੈਟਰ ਇੰਸਟੀਟਿਊਟਸ ਬਣਾਉਣੀਆਂ ਪੈਣਗੀਆਂ, ਕਿ ਸਾਡੇ ਇੰਜੀਨੀਅਰ ਉਸ ਕੁਆਲਿਟੀ ਦੇ ਬਣ ਪਾ ਰਹੇ ਆ, ਕਿ ਸਾਨੂੰ ਉਸ ਤਰ੍ਹਾਂ ਦੇ ਪਰਸੋਨਲ ਮਿਲ ਪਾ ਰਹੇ ਆ ਜਿਹੜੇ ਟ੍ਰੇਨਿੰਗ ਦਾ ਜਿਹੜਾ ਕੰਮ ਕਰ ਪਾਉਣ, ਕਿ ਉਹ ਜਾਂ ਕਿ ਅਸੀਂ ਐਕਸਟਰਾ ਤਾਂ ਨਹੀਂ ਪੈਦਾ ਕਰੀ ਜਾ ਰਹੇ ਇੰਜੀਨੀਅਰ, ਸਾਡੀ ਉਹਦੀ ਡਿਮਾਂਡ ਹੀ ਨਹੀਂ ਹੈ, ਫਿਰ ਕੀ ਸਾਨੂੰ ਹੋਰ ਰਿਸੋਰਸਿਸ ਕਿਸੇ ਹੋਰ ਪਾਸੇ ਲਾਉਣੇ ਚਾਹੀਦੇ ਆ, ਕਿ ਵੇਸਟੇਜ ਤਾਂ ਨਹੀਂ ਹੋ ਰਹੀ, ਤਾਂ ਕਿ ਉਹ ਗਾਈਡੈਂਸ ਸਾਨੂੰ ਦਿੰਦੀ ਹੈ ਇਹ ਅਸੈਸਮੈਂਟ। ਅਗਲੀ ਗੱਲ ਹੈ ਕਿ ਇਫੈਕਟਸ ਆਫ ਟੈਸਟ, ਕਿ ਟੈਸਟ ਜਿਹੜਾ ਹੈ ਉਹਦਾ ਚਾਈਲਡ ਦੇ ਉੱਪਰ ਕੀ ਇਫੈਕਟ ਹੈ, ਕਿ ਉਸ ਨੂੰ ਉਹ ਆਇਡੈਂਟੀਫਾਈ ਕਰ ਪਾ ਰਿਹਾ ਕਿ ਨਹੀਂ ਕਰ ਪਾ ਰਿਹਾ। ਫਿਰ ਅਗਲੀ ਗੱਲ ਹੈ ਬੱਚੇ ਦੀ ਵੀਕਨੈਸ ਔਰ ਸਟਰੈਂਥ, ਇਹ ਪਹਿਲਾਂ ਵੀ ਆਪਾਂ ਗੱਲ ਕੀਤੀ, ਇਸ ਨੂੰ ਨਹੀਂ ਜੋੜ ਦਵਾਂਗੇ। ਫਿਰ ਉਹ ਕਹਿੰਦਾ ਹੈ ਸਟੂਡੈਂਟ ਰਿਸਪੌਂਸ, ਕਿ ਅਸੈਸਮੈਂਟ ਡਿਵਾਈਸਿਸ ਜਿਹੜੇ ਨੇ ਤੁਹਾਡੇ ਉਹ ਬੱਚੇ ਦੇ ਰਿਸਪੌਂਸ ਨੂੰ ਕੰਟਰੋਲ ਕਰ ਪਾਉਂਦੇ ਆ, ਜੋ ਅਸੀਂ ਪੁੱਛਿਆ ਕਿ ਉਹੀ ਆਨਸਰ ਕਰੇ, ਕਿ ਇਸ ਤਰ੍ਹਾਂ ਦੀ ਪੋਸੀਬਿਲਿਟੀ ਹੈ। ਜਿਵੇਂ ਹੁਣ ਅੱਜ ਕੱਲ੍ਹ ਤੁਹਾਡੇ ਉਹ ਲੌਂਗ ਆਨਸਰ ਟਾਈਪ ਕੁਐਸਚਨ ਨੇ, ਜੋ ਦਿਲ ਕਰਦਾ ਉਹ ਲਿਖਦੇ ਰਹਿੰਦੇ ਹੋ, ਉਹਦੇ ਵਿੱਚ ਕੋਈ ਤੁਹਾਨੂੰ ਕੰਟਰੋਲ ਨਹੀਂ ਹੈ, ਜਿਹਦਾ ਜੋ ਦਿਲ ਕਰਦਾ ਉਹ ਉਹੀ ਜਿਹਾ ਆਨਸਰ ਦੇ ਕੇ ਆ ਜਾਂਦਾ, ਜਿਹਨੂੰ ਜੋ ਯਾਦ ਹੁੰਦਾ ਉਹ ਲਿਖ ਕੇ ਆਉਂਦਾ, ਜ਼ਰੂਰੀ ਨਹੀਂ ਹੁੰਦਾ ਕਿ ਉਹ ਰੈਲੀਵੈਂਟ ਹੋਵੇ ਕਿ ਨਾ ਹੋਵੇ। ਕਿ ਅਗਲੀ ਗੱਲ ਹੈ ਕਿ ਬੱਚੇ ਦੇ ਪ੍ਰੋਗਰੈਸ ਤੇ ਇਵੈਲੂਏਸ਼ਨ ਪ੍ਰੋਗਰਾਮ, ਕਿ ਦੋਨਾਂ ਨੂੰ ਡਾਇਗਨੋਜ਼ ਕਰਕੇ ਇਹ ਉਹਨਾਂ ਦੀਆਂ ਵੀਕਨੈਸ ਤੇ ਉਹਨਾਂ ਦੀ ਜਿਹੜੀ ਹੈ ਬੈਟਰਮੈਂਟ ਲਈ ਕੋਈ ਸਾਨੂੰ ਹੈਲਪ ਕਰਦਾ ਹੈ, ਇਹ ਵੀ ਇੱਕ ਏਮ ਹੈ ਕਿ ਅਸੀਂ ਇਸ ਲਈ ਜਿਹੜਾ ਹੈ ਇਸ ਨੂੰ ਕਰਾਂਗੇ। ਫਿਰ ਉਹ ਕਹਿੰਦਾ ਸਟਰੈਂਥ ਐਂਡ ਵੀਕਨੈਸ ਦੀ ਪਹਿਲਾਂ ਗੱਲ ਹੋ ਚੁੱਕੀ, ਅਗਲੀ ਗੱਲ ਕਹਿੰਦਾ ਪਲੇਸਮੈਂਟ, ਕਹਿੰਦਾ ਪਲੇਸਮੈਂਟ ਪ੍ਰੋਫੀਸ਼ੈਂਸੀ ਜਿਹੜੀ ਹੈ ਕਿੰਨੀ ਹੈ ਤੁਹਾਡਾ ਲੈਵਲ। ਕੋਈ ਬੰਦਾ ਉਦੋਂ ਹੀ ਤੁਹਾਨੂੰ ਇੰਪਲਾਈ ਕਰੇਗਾ ਜਦੋਂ ਤੁਹਾਡਾ ਪ੍ਰੋਫੀਸ਼ੈਂਸੀ ਲੈਵਲ ਟੌਪ ਤੇ ਹੋਏਗਾ, ਤਾਂ ਕੀ ਇਹ ਆਇਡੈਂਟੀਫਾਈ ਕਰ ਪਾਉਂਦਾ ਤੁਹਾਡੀ ਕੈਲੀਬਰ ਕਿੰਨਾ ਹੈ। ਤਾਂ ਸਾਡਾ ਪਰਪਸ ਵੀ ਇਹੀ ਹੈ, ਕੰਸਟਰਕਟਿਵਿਜ਼ਮ ਕੈਲੀਬਰ ਨੂੰ ਟ੍ਰੇਸ ਕਰਨ ਦੀ ਗੱਲ ਕਰਦਾ ਹੈ ਤਾਂ ਕਿ ਉਹਨਾਂ ਨੂੰ ਬੈਟਰ ਪਲੇਸ ਕੀਤਾ ਜਾ ਸਕੇ ਜਿੱਥੇ ਉਹਨਾਂ ਦੀ ਜ਼ਰੂਰਤ ਹੈ। ਅਗਲੀ ਗੱਲ ਸਕਰੀਨਿੰਗ ਔਰ ਆਇਡੈਂਟੀਫਾਈਂਗ ਦੀ ਹੈ। ਇਹ ਪਹਿਲੀ ਗੱਲ ਹੈ ਕਿ ਅਸੀਂ ਬੱਚੇ ਨੂੰ ਸਟਰੀਮ ਆਪਟ ਕਰਨ 'ਚ ਹੈਲਪ ਕਰਨੀ ਹੈ, ਕਿ ਉਹ ਹਿਊਮੈਨਿਟੀ 'ਚ ਜਾਵੇ, ਉਹ ਸਾਇੰਸ 'ਚ ਜਾਵੇ, ਉਹ ਕਮਰਸ 'ਚ ਜਾਵੇ, ਤਾਂ ਕਿ ਅਸੀਂ ਇਹ ਕਰ ਪਾਉਂਦੇ ਹਾਂ
ਤਾਂ ਜੇਕਰ ਅਸੀਂ ਕਰ ਪਾਉਂਦੇ ਹਾਂ ਤਾਂ ਇਸੀ ਏਮ ਲਈ ਹੀ ਇਹ ਜਿਹੜਾ ਹੈ ਅਸੀਂ ਅਸੈਸਮੈਂਟ ਕਰਨੀ ਹੈ। ਔਰ ਉਸ ਤੋਂ ਬਾਅਦ ਹੈ ਰੀਕਲਾਸੀਫਿਕੇਸ਼ਨ। ਰੀਕਲਾਸੀਫਿਕੇਸ਼ਨ ਦਾ ਮਤਲਬ ਹੈ ਕਿ ਅਸੀਂ ਬੱਚੇ ਨੂੰ ਜਿਹੜੀ ਗਰੁੱਪਿੰਗ ਕਰਨੀ ਹੈ ਕਿ ਉਹ ਅੱਖਰ ਮੈਲ ਦਾ ਹੈ, ਉਹ ਸ਼ਬਦ ਮੈਲ ਦਾ ਹੈ, ਉਹ ਵਾਕ ਮੈਲ ਦਾ ਹੈ, ਉਹ ਕਹਾਣੀ ਮੈਲ ਦਾ ਹੈ, ਉਹ ਪੈਰਾ ਮੈਲ ਦਾ ਹੈ, ਤਾਂ ਅਸੀਂ ਕੀ ਉਹ ਕਲਾਸੀਫਿਕੇਸ਼ਨ ਕਰ ਪਾਉਂਦੇ ਹਾਂ ਜੋ ਅਸੀਂ ਕਰਨੀ ਹੈ। ਠੀਕ ਹੈ, ਜਾਂ ਅਸੀਂ ਜਿਹੜਾ ਬੱਚਾ ਹੈ ਉਸਨੇ ਅਕਵਾਇਰ ਕਰ ਲਿਆ ਤਾਂ ਫਿਰ ਉਹਦਾ ਪ੍ਰੋਫੀਸ਼ੀਐਂਸੀ ਲੈਵਲ 'ਚ ਕਿੰਨਾ ਬੈਨੀਫਿਟ ਗੇਨ ਕਰ ਗਿਆ, ਉਹ ਕਿੰਨਾ ਬੈਟਰ ਹੋ ਗਿਆ, ਕਿ ਅਸੀਂ ਉਹ ਰੀਕਲਾਸੀਫਿਕੇਸ਼ਨ ਨੂੰ ਦੇਖ ਪਾਉਂਦੇ ਹਾਂ। ਉਹਦੇ ਏਮ ਲਈ ਸਾਨੂੰ ਅਸੈਸਮੈਂਟ ਕਰਨੀ ਹੈ। ਦਿਸ ਇਜ਼ ਆਲ ਅਬਾਊਟ ਕੰਸਟਰਕਟਿਵ ਪੈਰਾਡਿਗਮ। ਕੋਈ ਕੁਐਸਚਨ, ਕੋਈ ਕੁਐਰੀ ਹੋਵੇ ਤਾਂ ਪੁੱਛ ਸਕਦੇ ਹੋ, ਨਹੀਂ ਤਾਂ ਫਿਰ ਆਪਾਂ ਅੱਗੋਂ ਗੱਲ ਕਰਾਂਗੇ ਆਉਣ ਵਾਲੇ ਦਿਨਾਂ 'ਚ। हाँ भाई। सर इसकी एग्जांपल एक तरह से यही होगी ना कि अपनी जो आजकल काउंसलिंग सिस्टम चलता है, हाँ, काउंसलिंग सिस्टम। सर जैसे 10th के बाद कई स्कूलों में काउंसलिंग सिस्टम होता है जिसमें टीचर्स को भी जैसे स्टूडेंट्स की नॉलेज होती है तो उनको गाइड करते हैं कि आप कौन सी फील्ड में जा सकते हो। नहीं नहीं, ये स्पैसिफिक नहीं है। ਅਸੀਂ ਕਹਿੰਦੇ ਹਾਂ ਕਿ ਅਸੀਂ ਪੋਰਟਫੋਲੀਓ ਇਸ ਤਰ੍ਹਾਂ ਕੰਸਟਰਕਟ ਕਰ ਲੈਂਦੇ ਹਾਂ ਕਿ ਉਹ ਪੋਰਟਫੋਲੀਓ ਬੱਚੇ ਦੀਆਂ ਰਿਫਲੈਕਸ਼ਨਸ ਦੇ ਰਿਹਾ ਸਾਨੂੰ। ਉਹ ਦੱਸ ਰਿਹਾ ਕਿ ਬੱਚੇ ਦਾ ਕਿਹੜਾ ਡੋਮੇਨ ਜਿਹੜੀ ਹੈ ਡੋਮੀਨੇਟ ਕਰਦੀ ਹੈ। ਇਹ ਅੱਛਾ ਆਰਟਿਸਟ ਬਣੇਗਾ, ਇਹ ਅੱਛਾ ਪੇਂਟਰ ਬਣੇਗਾ, ਇਹ ਅੱਛਾ ਲੌਜਿਕ ਰੀਜ਼ਨਿੰਗ ਰੱਖਦਾ ਸਾਇੰਟਿਸਟ ਬਣ ਜਾਏਗਾ, ਜਾਂ ਇਹ ਅੱਛੀ ਇਹਦਾ ਪਲਾਂਟ ਔਰ ਜਿਹੜਾ ਹੈ ਬਾਇਓ ਦੇ ਵਿੱਚ ਕਾਫੀ ਅੱਛਾ ਇੰਟਰਸਟ ਹੈ ਤੇ ਇਹ ਇੱਕ ਅੱਛਾ ਡਾਕਟਰ ਬਣ ਜਾਏਗਾ, ਜਾਂ ਇਹ ਫਿਲੋਸਫੀ ਅੱਛੀ ਰੱਖਦਾ ਹੈ ਤਾਂ ਇਹਨੂੰ ਹਿਊਮੈਨਿਟੀ 'ਚ ਜਿਹੜਾ ਹੈ ਪੜ੍ਹਾ ਦਿਓ, ਸੋਸ਼ਲ ਸਾਇੰਸਿਸ, ਜਾਂ ਇਹ ਅਕਾਊਂਟਿੰਗ ਅੱਛੀ ਰੱਖਦਾ ਹੈ ਤਾਂ ਇਸਨੂੰ ਸਟੈਟਿਸਟਿਕਸ ਦੇ ਵਿੱਚ ਕਮਰਸ 'ਚ ਲੈ ਜਾਓ। ਤਾਂ ਇਹ ਬੈਂਟ ਆਫ ਮਾਈਂਡ ਦੀ ਇੰਡੀਕੇਟਰਸ ਪਹਿਲਾਂ ਹੀ ਪੋਰਟਫੋਲੀਓ 'ਚ ਦੱਸ ਦਿੰਦਾ, ਸਾਨੂੰ ਹਾਈਲਾਈਟ ਕਰ ਦਿੰਦਾ ਹੈ। ਤਾਂ ਅਸੀਂ ਉਹਨਾਂ ਦੇ ਬੇਸਿਸ ਦੇ ਉੱਪਰ ਬੱਚੇ ਨੂੰ ਐਡਵਾਈਸ ਕਰ ਸਕਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਉਸਨੇ ਕਿਹੜੇ ਪਾਸੇ ਜਾਣਾ ਹੈ। ਤਾਂ ਉਹ ਰੀਕਲਾਸੀਫਿਕੇਸ਼ਨ ਦੀ ਗੱਲ ਜਿਹੜੀ ਹੈ ਮੈਟ੍ਰਿਕ ਤੱਕ ਉਸਨੇ ਗੇਨ ਕਰ ਲਿਆ, ਉਸ ਤੋਂ ਬਾਅਦ ਅਸੀਂ ਉਸਨੂੰ ਕਿਵੇਂ ਡਿਵਰਸੀਫਾਈ ਕਰਵਾਉਣਾ ਹੈ ਕਰਿਕੂਲਮ, ਉਹਦੀ ਗੱਲ। ओके सर। ਹਾਂਜੀ, ਕੋਈ ਹੋਰ ਕੁਐਸਚਨ? ਓਕੇ ਵੀ, ਥੈਂਕ ਯੂ। ਫਿਰ ਆਪਾਂ ਨੈਕਸਟ ਵੀਕ ਮਿਲਾਂਗੇ ਰਿਊਬਰਿਕ ਔਰ ਸੀਸੀ ਜਿਸਨੂੰ ਅਸੀਂ ਕਹਿੰਦੇ ਹਾਂ NPC, ਉਹਦੇ ਨਾਲ ਅਸੀਂ ਡਿਸਕਸ ਕਰਾਂਗੇ। ਥੋੜਾ ਉਸਨੂੰ ਸਟੱਡੀ ਕਰ ਲਓ ਔਰ ਰੀਡ ਕਰ ਲਓ, ਜੋ ਵੀ ਹੈ ਲਿਸਨ ਕਰ ਲਓ ਜਿਹੜੀਆਂ ਵੀਡੀਓਜ਼ ਨੇ। ਥੈਂਕ ਯੂ।